ਕੈਪਟਨ ਸਾਹਿਬ ਦਾ ਅਗਵਾਈ 'ਚ ਲੜਨਾ ਤੈਅ ਹੈ ਫਿਰ ਕਾਂਗਰਸ ਦਾ? ਇਟ ਇਜ਼ ਟੂ अर्ਲੀ ਟੂ ਸੇ। ਪਿਛਲੇ 10 ਸਾਲਾਂ ਦਾ ਜਿਹੜਾ ਮਿਸਰੂਲ ਹੋਇਆ ਆ ਉਹਦੇ ਵਿੱਚੋਂ ਕੱਢਿਆ ਜਾ ਸਕਦਾ ਸੀ। ਹਲੇ ਨਿਕਲੀ ਨਹੀਂ ਸਟੇਟ? ਨਹੀਂ, ਹਜੇ ਨਹੀਂ ਨਿਕਲੀ। ਕਾਂਗਰਸ ਦੇ ਐਮਐਲਏ ਲਾਚਾਰ ਹੈ। ਪੋਲੀਟੀਕਲ ਸਿਸਟਮ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਮੁੱਕ ਗਈ। ਜੋ ਕੁਝ ਬੁੱਧੀਜੀਵੀ ਪਾਰਟੀ ਦੇ ਬੰਦੇ ਸੋਚਦੇ ਆ ਉਹਨੂੰ ਬਹੁਤੀ ਤਵੱਜੋ ਨਹੀਂ ਮਿਲਦੀ ਉੱਪਰਲੇ ਲੈਵਲ ਤੇ ਜਾ ਕੇ। ਇਹ ਸਾਡਾ ਪਹਿਲਾ ਸੈਸ਼ਨ ਹੈ ਜਿਹਦੇ ਵਿੱਚ ਸੀਐਲਪੀ ਦੀ ਮੀਟਿੰਗ ਹੀ ਨਹੀਂ ਹੋਈ। ਤੁਹਾਡੇ ਬੌਸ ਤੁਹਾਡੇ ਤੋਂ ਇਨਫੋਰਮੇਸ਼ਨ ਨਹੀਂ ਲੈਂਦੇ ਕਿ ਗਰਾਊਂਡ ਲੈਵਲ ਤੇ ਕੀ ਹੋ ਰਿਹਾ? ਮੈਂ ਕਹਿੰਦਾ ਮੀਟਿੰਗਸ ਹੀ ਨਹੀਂ ਹੁੰਦੀਆਂ। ਜੇ ਮੀਟਿੰਗਸ ਹੁੰਦੀਆਂ ਵੀ ਆ ਤੇ ਜਿਹੜੇ ਐਮਐਲਏ ਵੀ ਕਈ ਵਾਰੀ ਆਫ ਦੀ ਰਿਕਾਰਡ ਕਈ ਕੁਝ ਕਹਿੰਦੇ ਆ ਪਰ ਕਦੀ ਸਾਹਮਣੇ ਜਾ ਕੇ ਗੱਲ ਕਰਦੇ ਹੀ ਨਹੀਂ ਹੈ। ਫਿਰ ਤੁਸੀਂ ਦੂਜੀ ਚਿੱਠੀ ਨਹੀਂ ਛੱਡੀ? 2 ਹੀ ਚਿੱਠੀਆਂ ਲਿਖੀਆਂ ਸੀਗੀਆਂ ਉਦੋਂ। ਪਹਿਲੀ ਮੈਂ ਪੰਜਾਬੀ 'ਚ ਲਿਖੀ ਸੀ, ਫਿਰ ਮੈਂ ਸੋਚਿਆ ਵੀ ਸ਼ਾਇਦ ਪੰਜਾਬੀ ਪੜ੍ਹੀ ਨਾ ਗਈ ਹੋਵੇ, ਫਿਰ ਮੈਂ ਅੰਗਰੇਜ਼ੀ 'ਚ ਲਿਖਤੀ। ਉਹ ਪੜ੍ਹੀ ਗਈ ਹੋਵੇ ਨਹੀਂ ਪੜ੍ਹੀ? ਡਿਸਕਸ਼ਨ ਵੀ ਹੋਈ, ਖੈਰ ਇਸ ਗੱਲ ਨੂੰ ਐਕਸੈਪਟ ਵੀ ਹੋਇਆ, ਲੇਕਿਨ ਕਾਰਵਾਈ ਕੋਈ ਨਹੀਂ। ਕਾਰਵਾਈ ਕੋਈ ਨਹੀਂ। ਕਿਆ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਪ੍ਰਧਾਨ ਲਾਉਂਦੀ ਹੈ ਤਾਂ ਨਤੀਜਿਆਂ ਤੇ ਕੋਈ ਫਰਕ ਪਏਗਾ? ਇਕੱਲਾ ਬੰਦਾ ਕੋਈ ਸਿਸਟਮ ਨੂੰ ਕੱਢ ਨਹੀਂ ਸਕਦਾ। ਸਿਸਟਮ ਨੂੰ ਕੱਢ ਸਕਦੀ ਆ ਤੇ ਟੀਮ ਕੱਢ ਸਕਦੀ ਆ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਪੱਖ 'ਚ ਮਾਹੌਲ ਬਣਾ ਪਾਣਗੇ ਫਿਰ ਇੱਕ ਵਾਰ? ਜੋ ਫੀਡਬੈਕ ਆ ਰਹੀ ਆ ਜਿੱਦਣ ਦੀ ਅਪਾਇੰਟਮੈਂਟ ਹੋਈ ਆ ਕੋਈ ਬਹੁਤੀ ਪੋਜ਼ਿਟਿਵ ਨਹੀਂ ਹੈ। ਸਾਨੂੰ ਤਾਂ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਵੀ ਇਹ ਨਵੇਂ ਆਏ ਆ ਜਾਂ ਬਾਹਰੋਂ ਆਏ ਆ। ਤੁਹਾਡੀ ਸਰਕਾਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ 'ਚ ਕਿਉਂ ਪਾਲ ਰਹੀ ਹੈ? ਯੂਪੀ ਦੇ ਵਿੱਚ ਜੇ ਇੰਨੇ ਪਰਚੇ ਦਰਜ ਹੈਗੇ ਆ ਤਾਂ ਫਿਰ ਮੈਨੂੰ ਲੱਗਦਾ ਸਾਨੂੰ ਬਹੁਤਾ ਡਿਫੈਂਡ ਕਰਨ ਦੀ, ਅਸੀਂ ਆਪਣੇ ਸਟੇਟ ਦਾ ਦੇਖੀਏ, ਅਸੀਂ ਦੂਸਰੀ ਸਟੇਟ ਦਾ ਕਿਉਂ ਦੇਖਣਾ ਹੈ? ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਾਸੀ ਢਾਪਨ ਹੋਣ ਵਾਲੀ ਹੈ, ਖਾਸ ਕਰ ਕਾਂਗਰਸ ਪਾਰਟੀ 'ਚ। ਸਭ ਤੋਂ ਪਹਿਲਾਂ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਨਵਾਂ ਪ੍ਰਧਾਨ ਕੌਣ ਹੋਏਗਾ। ਹਾਲਾਂਕਿ ਇਹਨਾਂ ਕਿਆਸਰਾਈਆਂ ਦੇ ਵਿੱਚ ਪੀਕੇ ਦੀ ਪੰਜਾਬ ਦੀ ਪੋਲਿਟਿਕਸ 'ਚ ਦੁਬਾਰਾ ਐਂਟਰੀ ਹੋ ਗਈ ਹੈ। ਕਿਆ ਕਾਂਗਰਸ ਨੂੰ ਪੀਕੇ ਦੀ ਐਂਟਰੀ ਵਾਪਸੀ ਦਵਾਏਗੀ? ਅੱਜ ਮੁੱਕਦੀ ਗੱਲ 'ਚ ਬਾਰੀ ਹਾਕੀ ਓਲੰਪੀਅਨ ਤੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਹੋਣਾ ਦੀ। ਪ੍ਰਗਟ ਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਜੀ ਜਗਵਿੰਦਰ ਜੀ। ਤੁਹਾਡੇ ਪ੍ਰਧਾਨ ਸਾਹਿਬ ਸੁਨੀਲ ਜਾਖੜ ਨੇ ਕਹਿ ਦਿੱਤਾ ਕਿ ਕੈਪਟਨ ਫਾਰ 2022 ਤੇ ਕੈਪਟਨ ਸਾਹਿਬ ਦੀ ਅਗਵਾਈ 'ਚ ਲੜਨਾ ਤੈਅ ਹੈ ਫਿਰ ਕਾਂਗਰਸ ਦਾ? ਦੇਖੋ ਗੱਲ ਇਹ ਹੈ ਕਿ ਇਟ ਇਜ਼ ਟੂ अर्ਲੀ ਟੂ ਸੇ ਇਹ ਗੱਲ ਜਿਹੜੀ ਆ, ਕਿਉਂਕਿ ਹਜੇ ਸਾਡੇ ਬਹੁਤ ਇਸ਼ੂ ਜਿਹੜੇ ਉਹ ਕਰਨ ਵਾਲੇ ਹੈਗੇ ਆ। ਚਲੋ ਮਿਊਨਿਸਪਲ ਚੋਣਾਂ ਤਾਂ ਜਿੱਤੇ ਆ, ਕਿਉਂਕਿ ਕਈ ਵਾਰੀ ਮਿਊਨਿਸਪਲ ਚੋਣਾਂ ਜਿੱਤ ਕੇ ਤੇ ਲੱਗਣ ਲੱਗ ਪੈਂਦਾ ਵੀ ਸ਼ਾਇਦ ਦਿੱਲੀ ਬਹੁਤੀ ਦੂਰ ਨਹੀਂ ਹੈ, ਨੇੜੇ ਹੀ ਆ। ਐਗਜ਼ੈਕਟਲੀ ਗੱਲ ਇਹ ਹੈ ਕਿ ਗਰਾਊਂਡ ਲੈਵਲ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਮੈਂ ਕੰਮਾਂ ਉਹਨਾਂ ਦੀ ਗੱਲ ਕਰਦਾ, ਇੱਕ ਤਾਂ ਰੈਗੂਲਰ ਕੰਮ ਹੈ, ਪਰ ਜਿਹੜੇ ਇੱਕ ਐਕਸਟਰਾ ਆਰਡੀਨਰੀ ਕੰਮ ਆ ਜਿਹਦੇ ਨਾਲ ਸਟੇਟ ਨੂੰ ਪਿਛਲੇ 10 ਸਾਲਾਂ ਦਾ ਜਿਹੜਾ ਮਿਸਰੂਲ ਹੋਇਆ ਆ ਉਹਦੇ ਵਿੱਚੋਂ ਕੱਢਿਆ ਜਾ ਸਕਦਾ ਸੀ। ਹਲੇ ਨਿਕਲੀ ਨਹੀਂ ਸਟੇਟ? ਨਹੀਂ, ਹਜੇ ਨਹੀਂ ਨਿਕਲੀ। ਤੇ ਕੀ ਕੀਤਾ ਤੁਸੀਂ 4 ਸਾਲਾਂ 'ਚ? ਜਿਹੜੀ ਤਾਂ ਨਾਰਮਲ ਸਰਕਮਸਟੈਂਸਸ ਸੀ ਉਹ ਤਾਂ ਗਵਰਨਮੈਂਟ ਠੀਕ ਚੱਲ ਰਹੀ ਆ। ਮੰਨ ਲਓ ਆਰਡੀਐਫ ਦੇ ਪੈਸੇ ਆ ਗਏ ਜਾਂ 14ਵੇਂ ਵਿੱਤ ਕਮਿਸ਼ਨ ਦੇ ਆ ਗਏ, 13ਵੇਂ ਵਿੱਤ ਕਮਿਸ਼ਨ ਦੇ ਆ ਗਏ, 15ਵੇਂ ਦੇ ਆ ਗਏ, ਕੁਛ ਨਾ ਕੁਛ ਅਸੀਂ ਗੂਠੇ ਲਾ ਲਏ ਪੰਜਾਬ ਦੇ ਤੇ ਉਹਦੇ ਨਾਲ ਕੋਈ ਸ਼ਹਿਰਾਂ ਦੀ ਥੋੜੀ ਬਹੁਤੀ ਡਿਵੈਲਪਮੈਂਟ ਹੋ ਗਈ। ਇਹ ਤਾਂ ਹੈਗਾ ਇੱਕ ਬੇਸਿਕ ਇਸ਼ੂਜ਼। ਪਰ ਕੁਛ ਐਕਸਟਰਾ ਆਰਡੀਨਰੀ ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਡਰੱਗਸ ਦਾ ਬੜਾ ਵੱਡਾ ਇਸ਼ੂ ਸੀਗਾ। ਉਹ ਸਟਿਲ ਹਜੇ ਵੀ ਉਹਦੇ ਤੇ ਕੁਛ ਕੰਮ ਹੋਇਆ, ਬਟ ਕੈਪਟਨ ਸਾਹਿਬ ਤਾਂ ਵਿਧਾਨ ਸਭਾ 'ਚ ਕਹਿੰਦੇ ਅਸੀਂ ਡਰੱਗਸ ਤੇ ਕੰਟਰੋਲ ਕਰ ਲਿਆ। ਅਲਟੀਮੇਟਲੀ ਤਾਂ ਜਿਹੜੀ ਆਪਾਂ 2022 ਦੀ ਜੇ ਗੱਲ ਕਰਦੇ ਆ ਤੇ ਸਾਨੂੰ ਲੋਕਾਂ 'ਚ ਤਾਂ ਜਾਣਾ ਪੈਣਾ ਨਾ। ਸਾਡੇ ਕਹਿਣ ਨਾਲ ਤਾਂ ਬਹੁਤੀ ਗੱਲ। ਕੈਪਟਨ ਸਾਹਿਬ ਦੇ ਨਾਂ ਤੇ ਨਹੀਂ ਜਾਣਾ? ਫਿਰ ਸਵਾਲ ਤਾਂ ਇੱਥੋਂ ਹੀ ਸ਼ੁਰੂ ਹੋਇਆ ਸੀ ਕਿ 2022 ਲਈ ਕੈਪਟਨ ਸਾਹਿਬ ਜਾਂ ਕੋਈ ਹੋਰ? ਹਜੇ 1 ਸਾਲ ਪਿਆ ਹੈਗਾ। ਮੈਂ ਤਾਂ ਪਿਛਲੀ ਵਾਰੀ ਵੀ ਇਹੀ ਗੱਲ ਕੀਤੀ ਸੀਗੀ ਵੀ ਆਪਾਂ ਉਹ ਕੰਮ ਤਾਂ ਨਿਬੇੜ ਲਈਏ, ਉਹ ਕੰਮ ਤਾਂ ਕਰ ਲਈਏ, ਕਿਉਂਕਿ ਦੇਖੋ ਕਹਿਣਾ ਬੜਾ ਸੌਖਾ ਹੁੰਦਾ, ਐਗਜ਼ੀਕਿਊਟ ਕਰਨਾ ਜਿਹੜਾ ਉਹ ਬੜਾ ਔਖਾ ਹੁੰਦਾ। ਸੋ ਉਹ ਜਿਹੜੇ ਐਕਸਟਰਾ ਆਰਡੀਨਰੀ ਇਸ਼ੂ ਸੀਗੇ, ਤੁਹਾਨੂੰ ਯਾਦ ਹੋਣਾ ਮੈਂ ਸਾਲ ਕੁ ਪਹਿਲਾਂ ਇੱਕ ਚਿੱਠੀ ਲਿਖੀ ਸੀ ਕੈਪਟਨ ਸਾਹਿਬ ਨੂੰ, ਉਹਦੇ ਵਿੱਚ 5-6 ਇਸ਼ੂ ਸੀਗੇ। ਅੱਛਾ, ਉਹਦੇ ਵਿੱਚ ਆਸ਼ਵਾਸਨ ਵੀ ਦਿੱਤਾ ਸੀਗਾ ਵੀ ਹਾਂ ਵੀ ਇਹਨੂੰ ਜਲਦੀ ਸੌਰਟ ਆਊਟ ਕਰਾਂਗੇ, ਬਟ ਉਹਦੇ ਵੱਲ ਕਿਸੇ ਨੇ ਧਿਆਨ ਵੀ ਨਹੀਂ ਕੀਤਾ, ਕਿਸੇ ਨੇ ਅੱਖ ਵੀ ਨਹੀਂ ਉਹਦੇ ਵੱਲ ਰੱਖੀ। ਮੈਂ ਤੁਹਾਡੀ ਚਿੱਠੀ ਤੇ ਆਉਣਾ, ਪਰ ਪਹਿਲਾਂ ਇਹ ਦੱਸੋ ਕਿ ਜੋ ਜਾਖੜ ਸਾਹਿਬ ਨੇ ਐਲਾਨ ਕੀਤਾ ਤੁਸੀਂ ਉਹਦੇ ਨਾਲ ਇਤਫਾਕ ਨਹੀਂ ਰੱਖਦੇ? ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਮੈਨੂੰ। ਜਾਖੜ ਸਾਹਿਬ ਮੈਂ ਤਾਂ ਕਹਿਣ ਡਿਆ ਵੀ ਸਾਲੇ ਸੂਬਾ ਪ੍ਰਧਾਨ ਹੈਗੇ ਆ ਸਾਡੇ, ਬਟ ਐਟ ਦਾ ਸੇਮ ਟਾਈਮ ਇਟ ਇਜ਼ ਟੂ अर्ਲੀ ਟੂ ਅਸੈਸ। ਉਹਨਾਂ ਨੇ ਜਲਦਬਾਜ਼ੀ ਕਿਉਂ ਕਰਤੀ ਫਿਰ? ਇਹ ਤਾਂ ਜਾਖੜ ਸਾਹਿਬ ਦੱਸ ਸਕਦੇ ਆ, ਬੈਟਰ ਵਰਸ਼ਨ ਲੈਣਾ ਹੋਊਗਾ, ਕਿਉਂਕਿ ਹੋ ਸਕਦਾ ਉਹਨਾਂ ਦੀ ਕਿਤੇ ਦਿੱਲੀ ਵਗੈਰਾ ਜਾਂ ਹਾਈ ਕਮਾਂਡ 'ਚ ਇਹ ਗੱਲ ਹੋਵੇ ਤੇ, ਪਰ ਕਦੀ ਸੂਬਾ ਪ੍ਰਧਾਨ ਨੇ ਇੱਦਾਂ ਅਨਾਊਂਸਮੈਂਟ ਕੀਤੀ ਨਹੀਂ ਹੈ। ਕੌਣ ਕਰਦਾ? ਸਾਡੇ ਜਿਹੜਾ ਪ੍ਰੈਰੋਗੇਟਿਵ ਆ ਉਹ ਤਾਂ ਹਾਈ ਕਮਾਂਡ ਦਾ ਹੀ ਹੁੰਦਾ। ਜਦੋਂ ਉਹ ਸਮਾਂ ਦੇਖਦੇ ਆ, ਬੰਦਾ ਦੇਖਦੇ ਆ ਤੇ ਫਿਰ ਉਹਦੇ ਮੁਤਾਬਕ ਫਿਰ ਇਹ ਹਾਈ ਕਮਾਂਡ ਦੀ ਚੱਲਦੀ ਹੈ ਪੰਜਾਬ 'ਚ। ਦੇਖੋ ਇਹ ਤਾਂ ਮੈਂ ਕੁਛ ਬਹੁਤਾ ਕਹਿ ਨਹੀਂ ਸਕਦਾ ਇਸ ਟੌਪਿਕ ਤੇ, ਕਿਉਂਕਿ ਪਿਛਲੇ 4 ਸਾਲਾਂ ਤੋਂ ਜੋ ਮੈਂ ਹਾਲਾਤ ਦੇਖ ਰਿਹਾ, ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਹਾਈ ਕਮਾਂਡ ਨੂੰ ਕਿਤੇ ਵੀ ਵਿੱਚ ਰੱਖਦੇ ਆ, ਬਹੁਤੀ ਸੁਣਦੇ ਆ। ਨਹੀਂ ਚਲੋ ਮੈਂ ਕਹਿੰਦਾ ਇੱਦਾਂ ਨਾ
ਭਾਵੇਂ ਨਾ ਸੁਣੀ ਜਾਵੇ, ਬਟ ਐਟ ਦਾ ਸੇਮ ਟਾਈਮ ਜਿਹੜਾ ਸਾਡਾ ਬੇਸਿਕਲੀ ਜਿਹੜੀ ਗਵਰਨਮੈਂਟ ਦੀ ਫੰਕਸ਼ਨਿੰਗ ਆ ਉਹਨੂੰ ਤਾਂ ਬੈਟਰ ਕੀਤਾ ਜਾ ਸਕਦਾ ਨਾ, ਕਿਉਂਕਿ ਅਲਟੀਮੇਟਲੀ ਦੇਖੋ ਐਕਸਪੀਰੀਅੰਸਡ ਪਰਸਨ ਹੈ, ਗ੍ਰਿਪ ਹੈਗਾ ਐਡਮਿਨਿਸਟ੍ਰੇਸ਼ਨ ਤੇ, ਬਟ ਐਟ ਦਾ ਸੇਮ ਟਾਈਮ ਉਹੋ ਜਿਹੇ ਬੰਦੇ ਤੋਂ ਹੀ ਆਸ ਵੱਧ ਰੱਖੀ ਜਾ ਸਕਦੀ। ਕਈ ਵਾਰੀ ਬੰਦਾ ਹੀ ਕਮਜ਼ੋਰ ਹੁੰਦਾ, ਉਹਦੇ ਤੋਂ ਆਸ ਨਹੀਂ ਬਹੁਤੀ ਰੱਖੀ ਜਾ ਸਕਦੀ, ਬਟ ਕਿਉਂਕਿ 2002 ਤੋਂ ਲੈ ਕੇ 2007 ਤੱਕ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਚੰਗੀ ਦਿੱਤੀ ਹੈਗੀ ਆ, ਉਸ ਬੇਸ ਤੇ ਹੀ ਜਗਵਿੰਦਰ ਜੀ ਬੇਸਿਕਲੀ 2017 ਦੇ ਵਿੱਚ ਪਹਿਲਾਂ ਕਾਂਗਰਸ ਦਾ ਸਲੋਗਨ ਆਇਆ ਸੀਗਾ ਤੇ ਫਿਰ ਆਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ। ਇਹਦਾ ਮਤਲਬ ਇਹ ਹੋਇਆ ਵੀ ਉਹ ਕਲਿੱਕ ਕੀਤਾ ਉਦੋਂ ਲੋਕਾਂ ਦੇ ਵਿੱਚ। ਸੋ ਗੱਲ ਤਾਂ ਇੰਨੀ ਕੁ ਹੈ। ਤੁਹਾਡੀ ਗੱਲ ਹੋਈ ਜਾਖੜ ਸਾਹਿਬ ਨਾਲ ਜਦੋਂ ਤੋਂ ਉਹਨਾਂ ਨੇ ਇਹ ਗੱਲ ਐਲਾਨ ਕੀਤੀ ਹੈ ਕਿ ਕੈਪਟਨ ਹੋਣਗੇ ਉਹਨਾਂ ਦੇ? ਜਾਖੜ ਸਾਹਿਬ ਨਾਲ ਇਸ ਟੌਪਿਕ ਤੇ ਬਹੁਤੀ ਗੱਲ ਤਾਂ ਨਹੀਂ ਹੋਈ। ਤੁਹਾਨੂੰ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਵਾਪਸੀ ਨਹੀਂ ਕਰ ਸਕਦੀ 22 'ਚ? ਅਸੀਂ ਕੰਮ ਕਰਕੇ ਤਾਂ ਕਰ ਸਕਦੇ ਹਾਂ। ਦੇਖੋ ਜਿਹੜੇ 5-7 ਇਸ਼ੂਜ਼ ਹੈਗੇ ਆ, ਜਿਹੜੇ ਖਾਸ ਕਰਕੇ ਲੋਕਾਂ ਦੇ ਇਸ਼ੂ ਹੈਗੇ, ਦੇਖੋ ਖਾਸ ਕਰਕੇ ਜਿਹੜੀਆਂ ਬੇਅਦਬੀਆਂ ਵਾਲੇ ਇਸ਼ੂ ਹੈਗੇ ਆ, ਅੱਛਾ ਫਿਰ ਡਰੱਗ ਵਾਲੇ ਇਸ਼ੂ ਹੈਗੇ ਆ, ਫਿਰ ਕਰਪਸ਼ਨ ਵਾਲੇ ਇਸ਼ੂ ਹੈਗੇ ਆ, ਫਿਰ ਪਾਵਰ ਪਰਚੇਜ਼ ਐਗਰੀਮੈਂਟ ਵਾਲੇ ਇਸ਼ੂ ਹੈਗੇ ਆ, ਫਿਰ 31,000 ਕਰੋੜ ਰੁਪਏ ਦਾ ਇਸ਼ੂ ਹੈਗਾ। ਇਹ 5-7 ਇਸ਼ੂ ਹੈਗੇ ਆ ਜਿਹਦੇ ਵਿੱਚ ਮੰਨ ਲਓ ਇਹਨਾਂ ਨੇ ਇੱਕ ਵਿਜੀਲੈਂਸ ਨੇ ਇੱਕ ਪਰਚਾ ਦਰਜ ਕੀਤਾ ਸੀ ਜਿਹਦੇ ਵਿੱਚ 1200 ਕਰੋੜ ਰੁਪਈਆ ਉਹ ਇੱਕ ਐਕਸੀਅਨ ਜਿਹੜਾ ਮੰਡੀ ਬੋਰਡ ਦਾ, ਤੇ ਉਹਦੇ ਮੈਂ ਤਾਂ ਇਹ ਕੁਐਸਚਨ ਕੀਤਾ ਸੀ ਵੀ ਉਹਦੇ ਅੱਗੇ ਪਿੱਛੇ ਕੋਈ ਨਹੀਂ ਸੀਗਾ। ਫਿਰ ਇਹ ਸਿਸਟਮ ਆਪਾਂ ਬਣਾ ਕੇ ਰੱਖਿਆ ਹੈਗਾ, ਇੰਨੀਆਂ ਤਨਖਾਹਾਂ ਦਿੰਦੇ ਆ, ਤਾਂ ਫਿਰ ਉਹਦੇ 'ਚ ਹੋਰ ਕੋਈ ਰਿਸਪੌਂਸੀਬਲ ਨਹੀਂ ਹੈਗਾ। ਪ੍ਰਗਟ ਜੀ ਤੁਸੀਂ ਇੰਨੇ ਸਿਆਣੇ ਹੋ, ਜੋ 4 ਸਾਲਾਂ 'ਚ ਨਹੀਂ ਕੀਤਾ, ਇਹ ਜਿੰਨੇ ਇਸ਼ੂ ਤੁਸੀਂ ਦੱਸ ਰਹੇ ਹੋ ਇਹ ਸਾਲ 'ਚ ਮੁੱਕਣ ਵਾਲੇ ਹੈ? ਭਾਵੇਂ ਕੱਲ੍ਹ ਨੂੰ ਮੁਕਾ ਲਓ, ਜੇ ਨੀਅਤ ਠੀਕ ਹੋਵੇ ਫਿਰ ਤਾਂ ਕੋਈ ਰੌਲਾ ਨਹੀਂ ਹੈ। ਨੀਅਤ ਕਿਹਦੀ ਮਾੜੀ ਹੈ, ਸਰਕਾਰ ਦੀ? ਨਹੀਂ, ਅਲਟੀਮੇਟਲੀ ਮੈਂ ਤਾਂ ਇਹ ਕਹੂੰਗਾ ਵੀ ਕਿਉਂਕਿ ਜਦੋਂ ਉਹਦੇ ਤੇ ਗੱਲ ਤੋੜਨੀ, ਕਿਉਂਕਿ ਕੰਮ ਤਾਂ ਸਰਕਾਰ ਨੇ ਕਰਨਾ ਹੈ। ਕੰਮ ਸਰਕਾਰ, ਜੇ ਨਹੀਂ ਹੋ ਰਿਹਾ ਕੰਮ ਤੇ ਨੀਅਤ ਫਿਰ ਸਰਕਾਰ ਦੀ ਤੇ ਸਵਾਲ ਚੱਕਿਆ ਗਿਆ ਨਾ। ਡੈਫੀਨੇਟਲੀ ਕਿਤੇ ਨਾ ਕਿਤੇ ਹੈ ਗੱਲ ਇਹ। ਤੇ ਤੁਸੀਂ ਲਾਚਾਰ ਹੋ ਗਏ ਹੋ, ਕਾਂਗਰਸ ਦੇ ਐਮਐਲਏ ਲਾਚਾਰ ਹੈ? ਨਹੀਂ, ਮੈਂ ਬਾਕੀਆਂ ਦਾ ਤਾਂ ਨਹੀਂ ਕਹਿ ਸਕਦਾ। ਕਿਉਂ ਨਹੀਂ ਕਹਿ ਸਕਦੇ? ਐਕਚੁਅਲੀ ਜਗਵਿੰਦਰ ਜੀ ਹੋਇਆ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਮੁੱਕ ਗਈ। ਇਹਦਾ ਮਤਲਬ ਸਮਝਾਓ ਜਰਾ ਕਿਵੇਂ ਮੁੱਕ ਗਈ? ਐਕਚੁਅਲੀ ਦੇਖੋ ਮੈਂ ਤਾਂ ਮਤਲਬ ਖੇਡਾਂ ਦੀ ਦੁਨੀਆ 'ਚੋਂ ਆਇਆ। ਅਸੀਂ ਜਦੋਂ ਕਈ ਵਾਰੀ ਡਿਸਕਸ਼ਨ ਕਰਦੇ ਸੀ ਨਾ ਕਮਰੇ 'ਚ ਬਹਿ ਕੇ, ਤਾਂ ਇੱਕ ਦੂਸਰੇ ਨੂੰ ਗਾਲੋ ਗਾਲੀ ਵੀ ਹੋ ਲੈਂਦੇ ਸੀਗੇ ਵੀ ਇੱਥੋਂ ਦੀ ਬਾਲ ਲੰਘਿਆ ਕਿਉਂ, ਇਦਾਂ ਕਿਉਂ ਹੋਇਆ, ਤੂੰ ਆਹ ਨਹੀਂ ਕੀਤਾ, ਤੂੰ ਆਹ ਨਹੀਂ ਕੀਤਾ। ਇੱਥੇ ਕਦੀ ਇਹ ਡਿਸਕਸ਼ਨ ਹੀ ਨਹੀਂ ਹੁੰਦੀ। ਮੈਂ ਤਾਂ ਇਸੇ ਕਰਕੇ ਮੈਂ ਕਹਿੰਦਾ ਭਾਵੇਂ ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਕੋਈ ਹੋਰ ਪਾਰਟੀ ਹੋਵੇ, ਇੰਟਰਨਲ ਡੈਮੋਕ੍ਰੇਸੀ ਜਿੰਨਾ ਚਿਰ ਸਟਰੈਂਥਨ ਨਹੀਂ ਹੁੰਦੀ, ਸਾਨੂੰ ਆਪਣੇ ਘਰ ਬਹਿ ਕੇ ਉਹਦੀਆਂ ਵੀਕਨੈਸਸ ਤੇ ਜਿਹੜੀਆਂ ਉਹਦੇ ਸਟਰੋਂਗ ਪੁਆਇੰਟਸ ਹੈਗੇ ਆ ਉਹਨੂੰ ਡਿਸਕਸ ਕਰਕੇ ਹੀ ਗਾਂਹ ਤੁਰਨਾ ਚਾਹੀਦਾ। ਮੈਨੂੰ ਇਹ ਲੱਗਦਾ ਹੈ ਕਿ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜੋ ਐਮਐਲਏ ਸੋਚਦੇ ਹੈ ਜਾਂ ਜੋ ਕੁਝ ਬੁੱਧੀਜੀਵੀ ਪਾਰਟੀ ਦੇ ਬੰਦੇ ਸੋਚਦੇ ਆ ਉਹਨੂੰ ਬਹੁਤੀ ਤਵੱਜੋ ਨਹੀਂ ਮਿਲਦੀ ਉੱਪਰਲੇ ਲੈਵਲ ਤੇ ਜਾ ਕੇ। ਇਹ ਸਾਡਾ ਪਹਿਲਾ ਸੈਸ਼ਨ ਹੈ ਜਿਹਦੇ ਵਿੱਚ ਸੀਐਲਪੀ ਦੀ ਮੀਟਿੰਗ ਹੀ ਨਹੀਂ ਹੋਈ। ਨਾਰਮਲੀ ਵੈਸੇ ਸੈਸ਼ਨ ਤੋਂ ਪਹਿਲਾਂ ਸੀਐਲਪੀ ਦੀ ਮੀਟਿੰਗ ਹੁੰਦੀ ਹੈ, ਬਟ ਇਸ ਵਾਰੀ ਉਹ ਵੀ ਨਹੀਂ ਹੋਈ। ਕਿਉਂਕਿ ਐਕਚੁਅਲੀ ਕੀ ਹੁੰਦਾ ਕਿ ਜਿਹੜਾ ਪਾਵਰ ਕੋਰੀਡੋਰ ਆ ਉਹਦੇ ਆਲੇ ਦੁਆਲੇ ਕੁਝ ਕੁ ਬੰਦਿਆਂ ਦਾ ਜਮਾਵੜਾ ਹੋ ਜਾਂਦਾ, ਉਹਨਾਂ ਦੇ ਵੈਸਟਡ ਇੰਟਰਸਟ ਹੋ ਜਾਂਦੇ ਆ। ਐਮਐਲਏ ਦਾ ਨੰਬਰ ਚਾਹੀਦਾ ਉਦੋਂ ਤੱਕ ਤਾਂ ਠੀਕ ਹੈ, ਪਰ ਉਹਦੇ ਤੋਂ ਅੱਗੇ ਪਿੱਛੇ ਕੋਈ ਠੀਕ ਨਹੀਂ ਹੈ। ਜਿਹੜਾ ਵੀ ਬੌਸ ਹੋਵੇ ਅਲਟੀਮੇਟਲੀ ਹੈ ਤਾਂ ਉਹ ਹਿਊਮਨ ਬੀਇੰਗ ਹੀ ਹੈ ਨਾ, ਕਿਉਂਕਿ ਜਿੰਨਾ ਚਿਰ ਤਾਂ ਉਹਨੂੰ ਇਨਫੋਰਮੇਸ਼ਨ, ਦੇਖੋ ਪੋਲੀਟੀਕਲ ਇਨਫੋਰਮੇਸ਼ਨ, ਐਡਮਿਨਿਸਟ੍ਰੇਟਿਵ ਇਨਫੋਰਮੇਸ਼ਨ ਤੇ ਉਹਦਾ ਨਿਚੋੜ, ਉਹਦੇ ਤੇ ਨਾਲ ਐਕਸਪਰਟ ਓਪੀਨੀਅਨ, ਕਿਉਂਕਿ ਹਰ ਟੌਪਿਕ ਤੇ ਬੰਦੇ ਦਾ ਗ੍ਰਿਪ ਨਹੀਂ ਹੋ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਗਵਰਨਮੈਂਟ ਨੂੰ ਰਨ ਕਰਨ ਲਈ ਚਾਹੀਦੀਆਂ ਹੁੰਦੀਆਂ, ਬਟ ਜਦੋਂ ਉੱਥੇ ਇਨਫੋਰਮੇਸ਼ਨ ਛੱਡ ਕੇ ਜਾਣ ਲੱਗ ਪੈਂਦੀ ਆ ਤਾਂ ਉਹਦੇ ਮੁਤਾਬਕ ਫਿਰ ਡਿਸੀਜਨ ਹੋਣ ਲੱਗ ਪੈਂਦੇ ਆ, ਤਾਂ ਕਿਤੇ ਨਾ ਕਿਤੇ ਡਿਸੀਜਨਾਂ ਦੇ ਵਿੱਚ ਕਮੀ ਪੇਸ਼ੀ ਰਹਿ ਜਾਂਦੀ ਆ। ਤੁਹਾਡੇ ਬੌਸ ਤੁਹਾਡੇ ਤੋਂ ਇਨਫੋਰਮੇਸ਼ਨ ਨਹੀਂ ਲੈਂਦੇ ਕਿ ਗਰਾਊਂਡ ਲੈਵਲ ਤੇ ਕੀ ਹੋ ਰਿਹਾ? ਮੈਂ ਕਹਿੰਦਾ ਮੀਟਿੰਗਸ ਹੀ ਨਹੀਂ ਹੁੰਦੀਆਂ। ਜੇ ਮੀਟਿੰਗਸ ਹੁੰਦੀਆਂ ਵੀ ਆ ਤੇ ਜਿਹੜੇ ਐਮਐਲਏ ਵੀ ਕਈ ਵਾਰੀ ਆਫ ਦੀ ਰਿਕਾਰਡ ਕਈ ਕੁਝ ਕਹਿੰਦੇ ਆ, ਪਰ ਕਦੀ ਸਾਹਮਣੇ ਜਾ ਕੇ ਗੱਲ ਕਰਦੇ ਨਹੀਂ ਹੈ ਕਿ ਕਿਉਂ ਨਹੀਂ ਕਰਦੇ ਸਾਹਮਣੇ ਗੱਲ? ਆਈ ਫੇਲ ਟੂ ਅੰਡਰਸਟੈਂਡ। ਮੈਂ ਤਾਂ ਕਈ ਵਾਰੀ ਕਿਹਾ, ਮੈਂ ਕਿਹਾ ਯਾਰ ਲੈਟ ਅਸ ਸਿਟ ਟੂਗੈਦਰ, ਆਪਾਂ ਕਮਰੇ 'ਚ ਅੱਜ ਜਿਹੜੀ ਗੱਲ ਮੰਨ ਲਓ ਸਪੋਜ਼ ਕਈ ਵਾਰੀ ਜਿਹੜੀਆਂ ਗੱਲਾਂ ਪਬਲਿਕ 'ਚ ਆਣ ਕੇ ਕਰੀ ਦੀਆਂ ਤੇ ਜੇ ਕਿਤੇ ਅੰਦਰ ਹੋਈਆਂ ਹੋਣ ਤੇ ਉਹਦੇ ਰਿਜ਼ਲਟਸ ਜਿਹੜੇ ਬੈਟਰ ਹੋ ਸਕਦੇ ਆ। ਕਦੀ ਤੁਸੀਂ ਜੁਆਇੰਟ ਫੋਰਮ ਤੇ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਕਿ ਗਰਾਊਂਡ ਲੈਵਲ ਤੇ ਇਹ ਚੀਜ਼ਾਂ ਨਹੀਂ ਹੋ ਰਹੀਆਂ? ਜਦੋਂ ਕਿਤੇ ਚਾਂਸ ਮਿਲਿਆ, ਬਟ ਨਾਰਮਲੀ ਚਾਂਸ ਕਦੀ ਕੌਣ ਨਹੀਂ ਦਿੰਦਾ ਚਾਂਸ? ਨਹੀਂ, ਬੇਸਿਕਲੀ ਜਦੋਂ ਸੀਐਲਪੀ ਦੀ ਕਦੀ ਮੀਟਿੰਗ ਹੀ ਨਹੀਂ ਹੁੰਦੀ, ਕਦੀ ਐਟਮੋਸਫੀਅਰ ਹੀ ਇਦਾਂ ਦਾ ਨਹੀਂ ਹੁੰਦਾ। ਇਦਾਂ ਕਿੱਦਾਂ ਚੱਲ ਰਹੀ ਹੈ ਪੰਜਾਬ ਸਰਕਾਰ? ਦੇਖੋ ਅਦਰਵਾਈਜ਼ ਵੀ ਹੋਇਆ ਪਤਾ ਕੀ ਜਗਵਿੰਦਰ ਜੀ, ਪਤਾ ਨਹੀਂ ਕਿ ਮੈਂ ਇਸ ਸਿਸਟਮ ਨੂੰ ਸੂਟ ਨਹੀਂ ਕਰਦਾ। ਐਕਚੁਅਲੀ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ ਲੈਟ ਅਸ ਵਰਕ ਟੂਗੈਦਰ।
ਤੁਸੀਂ ਮੰਨ ਲਓ ਇੱਕ ਆਰਗੇਨਾਈਜੇਸ਼ਨ ਰਨ ਕਰਦੇ ਆ, ਕੈਮਰਾਮੈਨ ਹੈ, ਹੋਰ ਬੰਦੇ ਆ, ਟੈਕਨੀਸ਼ੀਅਨਸ ਹੈ, ਇੱਕ ਸਿਸਟਮ ਹੈ, ਅਲਟੀਮੇਟਲੀ ਹਰ ਬੰਦੇ ਦੀ ਆਪਣਾ ਰੋਲ ਹੈਗਾ ਟੂ ਪਲੇ। ਇਹ ਸਾਰਾ ਕੁਝ ਤਾਂ ਹੀ ਹੁੰਦਾ ਨਾ। ਤੇ ਜੇ ਕਿਤੇ ਇੱਕ ਬੰਦਾ ਹੀ ਕਵੇ, ਜਗਵਿੰਦਰ ਪਟਿਆਲ ਹੀ ਕਵੇ ਵੀ ਮੈਂ ਇਕੱਲਾ ਹੀ ਬੰਦਾ ਇਸ ਨੂੰ ਰਨ ਕਰ ਸਕਦਾ, ਤੇ ਇਹਦਾ ਮਤਲਬ ਪੰਜਾਬ ਸਰਕਾਰ ਇਕੱਲੇ ਕੈਪਟਨ ਅਮਰਿੰਦਰ ਸਿੰਘ ਹੀ ਹੈ, ਬਾਕੀ ਕੋਈ ਮੇਰੇ ਕਹਿਣ ਦਾ ਮਤਲਬ ਇੱਕ ਫੋਬੀਆ, ਇੱਕ ਡਰ ਲੀਡਰਾਂ 'ਚ, ਜਾਂ ਉਹ ਆਪਣੇ ਸੈਲਫ ਸਟਾਈਲ ਰਹਿੰਦੇ ਨੇ ਲੀਡਰਾਂ ਦੇ ਵਿੱਚ, ਕਿ ਕਦੀ ਕੋਈ ਗੱਲ ਕਹਿਣ ਦੀ ਜ਼ਰੂਰਤ ਹੀ ਹੈ ਨਹੀਂ ਗੀ ਬੰਦਿਆਂ ਦੀ। ਕਿ ਮੈਂ ਤਾਂ ਆਈ ਫੇਲ ਟੂ ਅੰਡਰਸਟੈਂਡ ਕਿ ਯਾਰ ਆਪਾਂ ਇੱਕ ਟੀਮ ਦੇ ਮੈਂਬਰ ਆ, ਇੱਕ ਪਰਿਵਾਰ ਦੇ ਮੈਂਬਰ ਆ, ਤੇ ਫਿਰ ਜੇ ਤੁਸੀਂ ਗੱਲ ਨਹੀਂ ਕਰੋਗੇ, ਅੱਛਾ ਆਪਾਂ ਫੈਮਿਲੀ ਦੇ ਵਿੱਚ ਨਹੀਂ ਡਿਸਕਸ ਕਰਦੇ, ਆਪਾਂ ਫੈਮਿਲੀ ਦੇ ਵਿੱਚ ਕਈ ਵਾਰੀ ਬੱਚਿਆਂ ਨੂੰ ਵੀ ਪੁੱਛਦੇ ਹੀ ਆ ਨਾ, ਵਾਈਫ ਨੂੰ ਵੀ ਪੁੱਛਦੇ ਹੀ ਆ, ਪੇਰੈਂਟਸ ਨੂੰ ਵੀ ਪੁੱਛਦੇ ਆ, ਕਿਉਂਕਿ ਉਹਨਾਂ ਦਾ ਤਜਰਬਾ ਹੋਊਗਾ, ਇਹ ਪਾਰਟਨਰ ਹੋਊਗੀ। ਬੱਚੇ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਆ, ਕੋਈ ਨਾ ਕੋਈ ਅੱਜ ਕੱਲ੍ਹ ਦੀ ਟੈਕਨੋਲੋਜੀ। ਤੁਹਾਨੂੰ ਸਰਕਾਰ 'ਚ ਕੋਈ ਨਹੀਂ ਪੁੱਛਦਾ? ਮਤਲਬ ਸਿਸਟਮ, ਮੈਂ ਟੋਟਲ ਜਿਹੜੀ ਪੋਲਿਟਿਕਸ ਦੀ, ਜਦੋਂ ਆਪਾਂ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕੀਤੀ, ਮੈਂ ਉਹਦੀ ਗੱਲ ਕਰ। ਫਿਰ ਐਮਐਲਏ ਦਾ ਰੋਲ ਕੀ ਰਹਿ ਜਾਂਦਾ ਸਰਕਾਰ 'ਚ ਜੇ ਤੁਹਾਨੂੰ ਕੋਈ ਪੁੱਛਦਾ ਹੀ ਨਹੀਂ, ਤੁਹਾਡੀਆਂ ਮੀਟਿੰਗਾਂ ਹੀ ਨਹੀਂ ਹੁੰਦੀਆਂ? ਐਮਐਲਏ ਦਾ ਰੋਲ ਮੋਸਟਲੀ ਜਿੱਤਣ ਤੱਕ, ਉਹਦੇ ਨੰਬਰ ਪੂਰੇ ਕਰਨ ਤੱਕ ਤਾਂ ਜ਼ਿਆਦਾ ਹੁੰਦਾ, ਤੇ ਉਹਨੂੰ ਫਿਰ ਰੂਟੀਨ ਵਾਲੀਆਂ ਜਿਹੜੀਆਂ ਗ੍ਰਾਂਟਾਂ ਹੈਗੀਆਂ ਜਾਂ ਜਿਹੜੇ ਰੂਟੀਨ 'ਚ ਕੰਮ ਜਿਹੜੇ ਹੁੰਦੇ ਆ ਉਹ ਹੁੰਦੇ ਆ। ਪਰ ਐਕਚੁਅਲੀ ਜਗਵਿੰਦਰ ਜੀ ਇੱਕ ਹੋਰ ਵੀ ਹੋਇਆ ਵੀ ਇਸ ਪੋਲੀਟੀਕਲ ਸਿਸਟਮ ਦੇ ਵਿੱਚੋਂ ਐਕਸਪਰਟ ਓਪੀਨੀਅਨ ਜਿਹੜੀ ਆ ਹੌਲੀ ਹੌਲੀ ਮੁੱਕਦੀ ਜਾਂਦੀ ਆ। ਜਿਹੜੀ ਐਕਸਪਰਟੀਜ਼ ਹੈਗੇ ਆ, ਜਿਹੜੇ ਉਸ ਫੀਲਡ ਦੇ ਟੈਕਨੋਕਰੈਟਸ, ਪਰ ਪਾਰਟੀਕੂਲਰ ਟੈਕਨੋਕਰੈਟਸ ਆ, ਉਹ ਵਿੱਚੋਂ ਘਟਦੇ ਜਾ ਰਹੇ ਆ, ਕਿਉਂਕਿ ਅਸੀਂ ਉਹਨਾਂ ਨੂੰ ਕਦੀ ਤਵੱਜੋ ਹੀ ਨਹੀਂ ਦਿੰਦੇ, ਉਹਨਾਂ ਦਾ ਕਦੀ ਡਿਸਕਸ਼ਨ ਹੀ ਨਹੀਂ ਕਰਦੇ। ਤੇ ਦੇਖੋ, ਮੰਨ ਲਓ ਸਪੋਜ਼ ਤੁਹਾਡਾ ਕਿਸੇ ਫੀਲਡ ਦਾ, ਪਾਰਟੀਕੂਲਰ ਫੀਲਡ ਦਾ 40 ਸਾਲ ਦਾ ਤਜਰਬਾ, ਜੋ ਤੁਹਾਡਾ ਹੋ ਸਕਦਾ ਮੇਰਾ ਨਹੀਂ ਹੋ ਸਕਦਾ। ਮੇਰਾ ਇੱਕ ਪਾਰਟੀਕੂਲਰ ਫੀਲਡ ਦਾ 40 ਸਾਲ ਦਾ ਤਜਰਬਾ, ਜੋ ਮੇਰਾ ਹੋ ਸਕਦਾ ਤੁਹਾਡਾ ਨਹੀਂ ਹੋ ਸਕਦਾ। ਸੋ ਅਸੀਂ ਇਸ ਗੱਲ ਨੂੰ ਐਕਸੈਪਟ ਕਰਕੇ ਇਹਨੂੰ ਗਾਹ ਕਿਉਂ ਨਹੀਂ ਤੋੜਦੇ? ਪਰ ਕਾਂਗਰਸ ਨੂੰ ਇਹ ਵੀ ਤਾਂ ਲੱਗ ਸਕਦਾ ਹੈ ਕਿ ਪ੍ਰਗਟ ਸਿੰਘ ਕਿਉਂਕਿ ਅਕਾਲੀ ਦਲ 'ਚੋਂ ਆਏ ਆ, ਇਸ ਕਰਕੇ ਉਹ ਕਾਂਗਰਸ ਦੀ ਪਾਲਿਸੀ 'ਚ ਫਿੱਟ ਨਹੀਂ ਬੈਠ ਰਹੇ। ਨਹੀਂ, ਪਾਲਿਸੀਜ਼ ਤਾਂ ਲਾਅ ਇਜ਼ ਬੇਸਡ ਔਨ ਕਾਮਨ ਸੈਂਸ। ਮੰਨ ਲਓ ਜੇ ਗੱਲ ਆਪਾਂ ਡਿਸਕਸ਼ਨ ਕਰਦੇ ਆ, ਜੇ ਗੱਲ ਮੇਰੇ ਵਾਲੀ ਠੀਕ ਲੌਜੀਕਲ ਲੱਗਦੀ ਆ ਤੇ ਆਪਾਂ ਉਹ ਕਰ ਲਈਏ, ਜੇ ਤੁਹਾਡੇ ਵਾਲੀ ਲੌਜੀਕਲ ਗੱਲ ਠੀਕ ਹੈਗੀ ਆ ਤਾਂ ਆਪਾਂ ਉਹ ਕਰ ਲਈਏ। ਲੇਕਿਨ ਉਸ ਫੋਰਮ ਤੇ ਇਕੱਠੇ ਹੀ ਨਹੀਂ ਹੁੰਦੇ। ਉਸ ਫੋਰਮ ਤੇ ਇਕੱਠੇ ਨਹੀਂ ਹੁੰਦੇ। ਤੁਸੀਂ ਵੀ ਚਿੱਠੀਆਂ ਲਿਖੀਆਂ ਸੀ ਬੜੀਆਂ, ਹੁਣ ਤੁਹਾਡੀ ਚਿੱਠੀ ਤੇ ਆ ਜਾਣਾ, ਮੈਂ ਕੀ ਬਣਿਆ ਉਹਨਾਂ ਚਿੱਠੀਆਂ ਦਾ? ਨਹੀਂ, ਮੈਂ ਤਾਂ ਤੁਹਾਨੂੰ ਦੱਸਿਆ, ਮੈਂ ਸਾਲ ਕੁ ਪਹਿਲਾਂ, ਚਲੋ ਵਿੱਚ ਕੋਵਿਡ ਵੀ ਆ ਗਿਆ, ਬਟ ਐਟ ਦਾ ਸੇਮ ਟਾਈਮ, ਚਲੋ ਕੋਵਿਡ ਦਾ ਆਪਣਾ ਇੱਕ, ਚਲੋ ਮੈਂ ਸਮਝਦਾ ਪੀਕ ਪੈਂਡੈਮਿਕ ਉਹ ਪ੍ਰੋਬਲਮ ਆਈ, ਬਟ ਐਟ ਦਾ ਸੇਮ ਟਾਈਮ ਕੁਛ ਕੁ ਚੀਜ਼ਾਂ ਤਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਬੇਸਿਕਲੀ ਤੁਸੀਂ, ਇਹ ਤਾਂ ਫਾਈਲਾਂ ਹੀ ਆ ਨਾ ਜਿਹਦੇ ਤੇ ਡਿਸੀਜਨ ਲੈਣ ਦੀ ਜ਼ਰੂਰਤ ਹੈਗੀ ਆ, ਲੇਕਿਨ ਮੈਨੂੰ ਨਹੀਂ ਲੱਗਦਾ ਉਹਦੇ ਤੇ ਕੋਈ ਵੀ ਡਿਸੀਜਨ ਹੋਇਆ। ਫਿਰ ਵੀ ਲੰਚ ਕਰਿਆ ਤੁਸੀਂ ਜਾ ਕੇ? ਨਹੀਂ, ਲੰਚ ਕਰਕੇ ਸੁਣਾ ਕੇ ਆਏ ਆ। ਲੰਚ ਕਰਕੇ ਬੇਸਿਕਲੀ ਇਹ ਗੱਲਾਂ ਸਾਰੀਆਂ ਕੀਤੀਆਂ ਵੀ ਆਹ ਗੱਲਾਂ ਹੈਗੀਆਂ ਆ। ਅੱਛਾ, ਮਤਲਬ ਹੀ ਅਸ਼ੋਰਡ ਆਲਸੋ ਐਟ ਦੈਟ ਟਾਈਮ ਕਿ ਹਾਂ ਵੀ ਇਹਨੂੰ ਆਪਾਂ ਆਉਣ ਵਾਲੇ ਸਮੇਂ 'ਚ ਸੌਰਟ ਆਊਟ ਕਰਾਂਗੇ। ਕੀਤੀਆਂ ਫਿਰ? ਨਹੀਂ ਹੋਈਆਂ ਨਹੀਂ, ਮੈਂ ਤਾਂ ਕਹਿਣਾ। ਦੁਬਾਰਾ ਉਸ ਤੋਂ ਬਾਅਦ ਗੱਲ ਹੋਈ ਉਹਨਾਂ ਤੇ ਕੋਈ ਤੁਹਾਡੇ ਨਾਲ? ਨਹੀਂ, ਉਸ ਟੌਪਿਕ ਤੇ ਫਿਰ ਕਦੀ, ਕਿਉਂਕਿ ਮੇਲ ਮਿਲਾਪ ਹੀ ਨਹੀਂ ਹੋਇਆ, ਇਸ ਕਰਕੇ ਉੱਦਾਂ ਦਾ ਮਾਹੌਲ ਹੀ ਨਹੀਂ ਬਣਿਆ। ਫਿਰ ਤੁਸੀਂ ਦੂਜੀ ਚਿੱਠੀ ਨਹੀਂ ਛੱਡੀ? ਦੇਖੋ, ਮੈਂ ਉਦੋਂ ਹੀ 2 ਹੀ ਚਿੱਠੀਆਂ ਲਿਖੀਆਂ ਸੀਗੀਆਂ ਉਦੋਂ। ਪਹਿਲੀ ਮੈਂ ਪੰਜਾਬੀ 'ਚ ਲਿਖੀ ਸੀ, ਫਿਰ ਮੈਂ ਸੋਚਿਆ ਵੀ ਸ਼ਾਇਦ ਪੰਜਾਬੀ ਪੜ੍ਹੀ ਨਾ ਗਈ ਹੋਵੇ, ਫਿਰ ਮੈਂ ਅੰਗਰੇਜ਼ੀ 'ਚ ਲਿਖਤੀ। ਉਹ ਪੜ੍ਹੀ ਗਈ, ਉਹ ਵੀ ਨਹੀਂ ਪੜ੍ਹੀ? ਨਹੀਂ, ਉਹ ਤਾਂ ਫਿਰ ਲੰਚ ਹੋ ਗਿਆ ਉਸ ਕਰਕੇ? ਨਹੀਂ, ਲੰਚ ਵੀ ਹੋ ਗਿਆ, ਡਿਸਕਸ਼ਨ ਵੀ ਹੋਈ, ਖੈਰ ਇਸ ਗੱਲ ਨੂੰ ਐਕਸੈਪਟ ਵੀ ਹੋਇਆ, ਲੇਕਿਨ ਕਾਰਵਾਈ ਕੋਈ ਨਹੀਂ? ਕਾਰਵਾਈ ਕੋਈ ਨਹੀਂ। ਤੁਸੀਂ ਜਿਹੜੇ 4-5 ਮੁੱਦੇ ਚੁੱਕਦੇ ਹੋ, ਕਰਪਸ਼ਨ ਦਾ ਹੋ ਗਿਆ, ਚਾਹੇ ਪਾਵਰ ਪਲਾਂਟਸ ਦਾ ਹੋ ਗਿਆ, ਚਾਹੇ ਤੁਸੀਂ ਕਹਿੰਦੇ ਹੋ ਡਰੱਗਸ ਦਾ ਇਸ਼ੂ ਹੋ ਗਿਆ, ਤੇ ਇਹ ਤੇ ਤੁਹਾਡੇ ਆਪਣੀ ਪਾਰਟੀ ਦੇ ਮੈਨੀਫੈਸਟੋ ਦੇ ਵਾਅਦੇ ਸੀ। ਤੁਸੀਂ ਉਹੀ ਚੀਜ਼ਾਂ ਕਹਿ ਰਹੇ ਹੋ ਕਿ ਮੈਂ ਤਾਂ ਉਹੀ ਚੀਜ਼ਾਂ ਕਹਿ ਰਿਹਾ, ਮੈਂ ਕੋਈ ਨਵੀਂ ਚੀਜ਼ ਤਾਂ ਕਹਿ ਨਹੀਂ ਰਿਹਾ। ਤੇ ਫਿਰ ਤੁਸੀਂ ਵਿਧਾਨ ਸਭਾ 'ਚ ਅੱਜ ਵੀ ਕਿਸ ਤਰ੍ਹਾਂ ਕਹਿੰਦੇ ਹੋ? ਤੁਹਾਡੀ ਸਰਕਾਰ ਕਿਵੇਂ ਕਹਿੰਦੀ ਹੈ ਕਿ ਅਸੀਂ ਆਹ ਕੰਮ ਕਰਤੇ? ਜਦੋਂ ਉੱਥੇ ਔਨ ਦਾ ਫਲੋਰ ਆਫ ਦਾ ਹਾਊਸ ਜਿਹੜੀਆਂ ਚੀਜ਼ਾਂ ਕਹਿਣੀਆਂ ਹੁੰਦੀਆਂ, ਕਿਉਂਕਿ ਐਂਡ ਆਫ ਦਾ ਡੇ ਤਾਂ ਤੁਸੀਂ ਗਵਰਨਮੈਂਟ ਨੂੰ ਡਿਫੈਂਡ ਕਰਨਾ ਹੁੰਦਾ, ਕਿਉਂਕਿ ਸਾਡੇ ਇੱਕ ਇੱਦਾਂ ਦਾ ਰਿਵਾਜ ਬਣ ਗਿਆ ਕਿ ਓਪੋਜੀਸ਼ਨ ਨੇ ਨੈਗੇਟਿਵ ਗੱਲ ਹੀ ਕਰਨੀ ਆ, ਸਰਕਾਰ ਨੇ ਪੋਜ਼ਿਟਿਵ ਗੱਲ ਹੀ ਕਰਨੀ ਆ। ਮੰਨ ਲਓ ਕੋਈ ਐਮਐਲਏ ਕੋਈ ਇੱਦਾਂ ਦੀ ਗੱਲ ਕਰ ਦੇਵੇ ਤਾਂ ਫਿਰ ਉਹ ਬਹੁਤ ਵੱਡੀ ਗੱਲ ਮੰਨੀ ਜਾਂਦੀ ਆ, ਪਾਰਟੀ ਲਾਈਨ ਤੋਂ ਹਟ ਕੇ। ਪਾਰਟੀ ਲਾਈਨ ਤੋਂ ਇਹ ਰਿਬੈਲ ਹੈ। ਅੱਜ ਜੋ ਇੱਥੇ ਇਸ ਵਿਧਾਨ ਸਭਾ ਦੇ ਵਿੱਚ ਵੀ ਹੋਇਆ, ਮੈਨੂੰ ਨਹੀਂ ਲੱਗਦਾ ਕਿ ਕੋਈ ਸਾਨੂੰ ਕੋਈ ਮਤਲਬ ਅਕ੍ਰੋਸ ਦਾ ਪਾਰਟੀ ਲਾਈਨ ਕਿ ਅਸੀਂ ਕੋਈ ਬਹੁਤ ਸਿਆਣੀਆਂ, ਕਿਉਂਕਿ ਐਕਚੁਅਲੀ ਵਿਧਾਨ ਸਭਾ ਤਾਂ ਬੇਸਿਕਲੀ ਡਿਸਕਸ਼ਨ ਲਈ ਬਣੀ ਹੈਗੀ ਆ। ਤੁਸੀਂ, ਮੈਂ ਕਹਿੰਦਾ ਜੋ ਬਾਹਰ ਕਰਨਾ ਕਰਿਓ, ਪਰ ਉੱਥੇ ਤਾਂ ਡਿਸਕਸ ਕਰ ਲਈਏ। ਉੱਥੇ ਅਕਾਲੀ ਦਲ ਦਾ ਵੀ ਵਾਕਆਊਟ, ਉੱਥੇ ਆਪ ਦਾ ਵੀ ਵਾਕਆਊਟ, ਉੱਥੇ ਮੈਨੂੰ ਲੱਗਦਾ ਵੀ ਕੀ ਨਹੀਂ ਹੁੰਦਾ ਹੈਗਾ। ਕਦੀ ਕਦੀ ਤਾਂ ਸੰਗ ਆਉਂਦੀ ਆ ਵੀ ਯਾਰ ਇਹ ਲੀ ਕੌਰਬੂਜ਼ਰ ਨੇ ਕਿਸ ਕੰਮ ਲਈ ਡਿਜ਼ਾਈਨ ਕੀਤੀ ਸੀ, ਉਹਦਾ ਐਨਵਾਇਰਨਮੈਂਟ ਵੀ ਹਾਂ ਵੀ ਇੱਥੇ ਬੜੇ ਸਿਆਣੇ ਡਿਸਕਸ਼ਨ ਹੋਣੀ ਆ, ਪਰ ਇੱਦਾਂ ਦੀ ਸੋਚ ਨਾਲ ਥੋੜੀ ਕੀਤੀ ਸੀਗੀ। ਜੋ ਮੈਨੀਫੈਸਟੋ 'ਚ ਵਾਅਦੇ ਕੀਤੇ ਸੀ ਕਾਂਗਰਸ ਨੇ, ਤੁਹਾਨੂੰ ਲੱਗਦਾ ਕਿ ਉਹ ਪੂਰੇ ਹੋ ਰਹੇ ਹੈ ਜਾਂ ਹੋਏ ਹੈ ਜਾਂ ਹੋਣਗੇ? ਇੱਕ ਤਾਂ ਹੈਗਾ ਫਾਈਨੈਂਸ਼ੀਅਲ ਸਰਕਮਸਟੈਂਸਿਸ,
ਕਿਉਂਕਿ ਆਪਾਂ ਜੇ ਕਹੀਏ ਕਿ ਦੇਖੋ ਪਿਛਲੀ ਸਰਕਾਰ ਅਪਰੋਕਸੀਮੇਟਲੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਈ ਸੀਗੀ। ਪ੍ਰਗਟ ਜੀ, ਉਹ ਤਾਂ ਜਦੋਂ ਤੁਸੀਂ ਚੋਣ ਲੜਦੇ ਹੋ ਤੁਹਾਨੂੰ ਪਤਾ ਹੀ ਹੁੰਦਾ ਹੈ, ਜੇ ਵਾਅਦਾ ਕਰਦੇ ਹੋ ਤੇ ਉਹ ਫਾਈਨੈਂਸ਼ੀਅਲ ਹਾਲਤ ਦੇਖ ਕੇ ਹੀ ਕਰਦੇ ਹੋ। ਐਕਚੁਅਲੀ ਦੇਖੋ, ਇੱਕ ਤਾਂ ਸਾਡਾ ਜਿਹੜਾ ਇਹ ਮੈਨੂੰ ਲੱਗਦਾ ਜਿਹੜਾ ਮੈਨੀਫੈਸਟੋ ਆ ਨਾ, ਇਹ ਵੀ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਮੈਂ ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੁਣਿਆ ਸੀਗਾ ਬਟ ਆ ਫੈਗ ਐਂਡ ਦੇ ਵਿੱਚ ਵੀ ਹਾਂ ਵੀ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਨਹੀਂ ਤਾਂ ਏਡੇ ਵਾਅਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਮੈਨੀਫੈਸਟੋ ਐਡੇ ਵਾਅਦੇ ਕਰਕੇ ਜਿਹਨੂੰ ਪੂਰਾ ਸ਼ਾਇਦ ਨਹੀਂ ਕੀਤਾ ਜਾ ਸਕਦਾ ਹੁੰਦਾ, ਪਰ ਫਿਰ ਵੀ ਉਹ ਵਾਅਦੇ ਕਰੀ ਜਾਂਦੇ ਆ। ਜਦੋਂ ਵਾਅਦੇ ਕਰੀ ਜਾਂਦੇ ਆ ਫਿਰ ਪਹਿਲੇ ਦਿਨ ਤੋਂ ਹੀ ਚੌਥਾ ਥੰਮ ਹੈਗਾ ਡੈਮੋਕ੍ਰੇਸੀ ਦਾ, ਉਹ ਫਿਰ ਮੈਨੀਫੈਸਟੋ ਨੂੰ ਫੜ ਕੇ ਫਿਰ ਜੋ ਸਾਡੀ ਖੱਲ ਦੀ ਉਹ ਦੇਣ ਲੱਗਦੇ ਆ ਕਿ ਹਾਂ ਉਹਦਾ ਫਰਕ ਤਾਂ ਨਹੀਂ ਪੈਂਦਾ ਮੇਰੇ ਖਿਆਲ ਤੁਹਾਨੂੰ ਕੋਈ? ਨਹੀਂ, ਫਰਕ ਤਾਂ ਪੈਂਦਾ। ਦੇਖੋ ਮੈਂ ਤਾਂ ਸੈਂਸਿਟਿਵ ਬੰਦਾ, ਮੈਂ ਤਾਂ ਇਸ ਗੱਲ ਨੂੰ ਫੀਲ ਕਰਦਾ ਤਾਂ ਕਹਿਣਾ ਨਹੀਂ। ਜਿੱਦਾਂ ਮੇਨ ਸੀਗਾ ਘਰ ਨੌਕਰੀ ਕਰਾਂਗੇ, ਡਰੱਗਸ ਖਤਮ ਕਰ ਦਾਂਗੇ, ਡੈਟ ਵੇਵਰ ਸੀਗਾ, ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਾਂ। ਕਿਸਾਨ ਤਾਂ ਹੁਣ ਵੀ ਪਿਓ ਪੁੱਤਰ ਨੇ ਖੁਦਕੁਸ਼ੀ ਕੀਤੀ ਹੈ, ਉਹ ਵੀ ਕਹਿੰਦੇ ਕਿ ਸਾਡਾ ਕਰਜ਼ਾ ਖੜਾ ਸੀ ਲੱਖ ਰੁਪਏ ਦਾ ਕਰਜ਼ਾ। 2 ਲੱਖ ਰੁਪਈਆ ਤਾਂ ਬੇਸਿਕਲੀ ਚਲੋ 5 ਲੱਖ ਪਰਿਵਾਰਾਂ ਨੂੰ ਤਾਂ ਮਿਲਿਆ ਹੈਗਾ, ਜਿਹਦੇ ਚ 4600। ਪਰ ਤੁਸੀਂ ਕਿਹਾ ਤਾਂ ਇਹ ਸੀ ਕਿ ਟੋਟਲ ਕਰਜ਼ ਮਾਫੀ ਹੋਏਗੀ, ਇਹ ਤਾਂ ਬਾਅਦ ਚ ਡਿਵੀਜ਼ਨਸ ਹੋ ਗਈਆਂ ਨਾ। ਹਾਂ ਨਹੀਂ, ਇਹ ਤਾਂ ਚਲੋ ਡਿਵੀਜ਼ਨਸ, ਮੋਬਾਈਲ ਫੋਨ ਦੇਣੇ ਸੀਗੇ, ਵੀਆਈਪੀ ਕਲਚਰ ਖਤਮ ਕਰਨਾ ਸੀ, ਹੈਲੀਕਾਪਟਰ ਵਰਤਣੇ ਨਹੀਂ ਸੀਗੇ। ਬੇਸਿਕਲੀ ਚਲੋ ਆ ਸਾਲਕ ਦਾ ਜਿਹੜਾ ਆਹ ਕੋਵਿਡ ਦਾ ਆਇਆ, ਇਹਦੇ ਵਿੱਚ ਵੀ ਕਈ ਚੀਜ਼ਾਂ ਦੀ ਮੇਰੇ ਖਿਆਲ ਪ੍ਰੋਬਲਮ ਆਈ ਹੈਗੀ ਆ। ਸੋ ਇਸ ਕਰਕੇ ਵੀ ਇਹ ਚੀਜ਼ਾਂ ਕੋਈ ਨਾ ਕਈ ਇੰਸਟਾਲ ਹੋਈਆਂ ਹੈਗੀਆਂ ਤਾਂ ਕਿ ਜਿਹੜਾ ਫਾਈਨੈਂਸ਼ੀਅਲ ਪੋਜੀਸ਼ਨ ਬਹੁਤੀ ਜ਼ਿਆਦਾ ਚੰਗੀ ਨਹੀਂ ਹੋਈ। ਅਗਰ ਹੁਣ ਤੱਕ ਅਸੀਂ ਮੈਨੀਫੈਸਟੋ ਔਰ 4 ਸਾਲ ਦੇ ਕੰਮਾਂ ਨੂੰ ਦੇਖੀਏ ਤੇ ਆਪਣੀ ਸਰਕਾਰ ਨੂੰ, ਤੁਸੀਂ ਕੈਪਟਨ ਸਾਹਿਬ ਦੀ ਸਰਕਾਰ ਨੂੰ 10 ਚੋਂ ਕਿੰਨੇ ਨੰਬਰ ਦਿਓਗੇ ਓਵਰਆਲ ਪਰਫਾਰਮੈਂਸ ਤੇ? ਨੰਬਰ ਤਾਂ ਜਗਵਿੰਦਰ ਜੀ ਤੁਸੀਂ ਦਿਓਗੇ ਜਾਂ ਲੋਕੀ ਦੇਣਗੇ? ਦੇਖੋ ਇਹ ਤੁਹਾਡੇ ਦਿਲ ਦੀ ਵੀ ਤਾਂ ਪੁੱਛਣੀ ਚਾਹੀਦੀ ਹੈ, ਸਾਡੇ ਕਹਿਣ ਨਾਲ ਕੀ ਬਣਦਾ ਹੈ? ਨਹੀਂ ਦੇਖੋ ਰੂਟੀਨ ਵਾਲੇ ਕੰਮ, ਅਸੀਂ ਤਾਂ ਆਲੋਚਕ ਹਾਂ, ਅਸੀਂ ਤਾਂ ਆਲੋਚਨਾ ਹੀ ਕਰਦੇ ਹਾਂ। ਦੇਖੋ ਮੈਂ ਇਹਦੇ ਵਿੱਚੋਂ ਮੈਂ ਆਪ ਖੁਦ ਅਸੈਸਮੈਂਟ ਕਰਨੀ ਔਖੀ ਹੁੰਦੀ। ਤੁਸੀਂ ਇੱਕ ਇਮਾਨਦਾਰ ਆਦਮੀ, ਇਮਾਨਦਾਰੀ ਨਾਲ ਨੰਬਰ ਦੇ ਦਿਓ, ਲੋਕ ਸੁਣ ਰਹੇ ਆ ਤੁਹਾਨੂੰ। ਨਹੀਂ, ਮੈਂ ਤੁਹਾਨੂੰ ਦੱਸਿਆ ਵੀ ਦੇਖੋ ਦੇਣੇ ਤਾਂ ਲੋਕਾਂ ਨੇ ਨੰਬਰ ਆ ਜਾਂ ਤੁਸੀਂ ਦੇਣੇ ਆ, ਤੁਸੀਂ ਮੇਨ ਅਸੈਸਮੈਂਟ ਕਰ ਸਕਦੇ ਹੋ। ਮੈਂ ਕਹਿੰਦਾ ਵੀ ਰੂਟੀਨ ਦੇ ਕੰਮ ਜ਼ਰੂਰ ਹੋਏ ਆ, ਲੇਕਿਨ ਐਕਸਟਰਾ ਆਰਡੀਨਰੀ ਜਿਹੜੇ ਕੰਮ ਅਸੀਂ ਕਹੇ ਸੀ ਉਹ ਨਹੀਂ ਅਸੀਂ ਕੀਤੇ। ਤੁਸੀਂ ਨੰਬਰ ਦੇਣ ਤੋਂ ਬਚ ਰਹੇ ਹੋ, ਸਾਨੂੰ ਜਵਾਬ ਮਿਲ ਗਿਆ। ਹਾਕੀ ਔਰ ਕ੍ਰਿਕਟ ਦਾ ਆਪਸ 'ਚ ਕੋਈ ਨਾਤਾ ਨਹੀਂ ਹੈ, ਲੇਕਿਨ ਪੰਜਾਬ ਦੀ ਸਿਆਸੀ ਪਿੱਚ ਤੇ ਇਕੱਠੇ ਖੇਡਦੇ ਹੈ। ਮੈਂ ਗੱਲ ਤੁਹਾਡੀ ਔਰ ਨਵਜੋਤ ਸਿੱਧੂ ਦੀ ਕਰ ਰਿਹਾ, ਔਰ ਬਹੁਤ ਵਾਰੀ ਐਲੀਗੇਸ਼ਨ ਇਹ ਵੀ ਲੱਗਦਾ ਹੈ ਕਿ ਤੁਹਾਡੀ ਉਹਨਾਂ ਨਾਲ ਦੋਸਤੀ ਹੈ, ਇਸ ਕਰਕੇ ਤੁਸੀਂ ਬਹੁਤ ਸਾਰੇ ਸਵਾਲ ਚੱਕਦੇ ਹੋ। ਨਹੀਂ ਦੇਖੋ, ਇਹੋ ਜੀ ਗੱਲ ਨਹੀਂ ਹੈ। ਦੋਸਤੀ ਇੱਕ ਗੱਲ ਹੈਗੀ ਆ, ਬੰਦੇ ਦਾ ਜਿਹੜਾ ਥਾਟ ਪ੍ਰੋਸੈਸ ਆ ਉਹ ਇੱਕ ਗੱਲ ਹੈਗੀ ਆ। ਮੈਂ ਉਹਨੂੰ ਨਹੀਂ ਕਦੀ ਪੁੱਛਿਆ ਰਿਐਲਿਟੀ ਇਹ ਆ ਕਿ ਤੂੰ ਕੀ ਸੋਚਦਾ ਕੀ ਕਰਦਾ, ਉਹਨੇ ਮੈਨੂੰ ਕਦੀ ਨਹੀਂ ਪੁੱਛਿਆ, ਨਾ ਉਹਨੇ ਮੈਨੂੰ ਕਦੀ ਕਿਹਾ ਹੀ ਹੈਗਾ। ਇਹ ਠੀਕ ਆ ਵੀ ਸਾਡੀ ਦੋਸਤੀ ਹੈਗੀ ਆ ਬਿਕੋਜ਼ ਆਫ ਸਪੋਰਟਸ, 25-30 ਸਾਲ ਹੋ ਗਏ ਆ। ਹਾਂ ਇੱਥੇ ਜਿਹੜੀ ਕੋਈ ਗੱਲ ਠੀਕ ਹੁੰਦੀ ਆ ਉਹਦੇ ਤੇ ਕਈ ਦਾ ਡੈਫੀਨੇਟਲੀ ਵੀ ਇਹ ਗੱਲ ਠੀਕ ਹੈਗੀ ਆ। ਜਿਹੜੀ ਪਰਸੈਪਸ਼ਨ ਆ ਉਹ ਹੁਣ ਬਣ ਜਵੇ ਤਾਂ ਉਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਪਾਰਟੀ ਪ੍ਰਧਾਨ ਲਾਣਾ ਚਾਹੁੰਦੀ ਹੈ ਪੰਜਾਬ ਦਾ। ਕੈਪਟਨ ਸਾਹਿਬ ਨੂੰ ਇਹ ਗੱਲ ਰਾਸ ਨਹੀਂ ਆਉਂਦੀ। ਕਿਆ ਹਾਈ ਕਮਾਂਡ ਇੰਨੀ ਵੀਕ ਹੋ ਗਈ ਹੈ ਕਿ ਉਹ ਇੰਨਾ ਕੁ ਫੈਸਲਾ ਨਹੀਂ ਲੈ ਪਾ ਰਹੀ? ਦੇਖੋ ਇੱਕ ਤਾਂ ਵੱਡੀ ਪਾਰਟੀ ਹੈਗੀ ਆ, ਉੱਥੇ ਵੀ ਮੈਨੂੰ ਲੱਗਦਾ ਉਹਨਾਂ ਕੋਲ ਜਿਹੜੇ ਬੇਸ ਲੈਵਲ ਦੇ ਬ੍ਰੇਨਸ ਵੀ ਹੋਣਗੇ। ਦੇ ਆਰ ਥਿੰਕਿੰਗ ਬੈਟਰ ਦੈਨ ਮੇਬੀ ਅਸ, ਕਿਉਂਕਿ ਆਪਾਂ ਚਲੋ ਇੱਥੇ ਕੋਈ ਗੱਲ ਉਹ ਕਰ ਲੈਂਦੇ ਹੈਗੇ ਆ, ਬਟ ਹੋ ਸਕਦਾ ਕਿ ਉਹ ਉਸ ਲੈਵਲ ਤੇ ਬੈਟਰ ਸੋਚਦੇ ਹੋਣਗੇ। ਤੁਹਾਨੂੰ ਲੱਗਦਾ ਹੈ ਕਿ 2022 ਦੀਆਂ ਚੋਣਾਂ 'ਚ ਪੰਜਾਬ 'ਚ ਨਵੇਂ ਪ੍ਰਧਾਨ ਦੇ ਨਾਲ ਜਾਣਾ ਚਾਹੀਦਾ? ਦੇਖੋ ਅਲਟੀਮੇਟਲੀ ਤਾਂ ਕ੍ਰੈਡੀਬਿਲਿਟੀ ਦਾ ਫਰਕ ਤਾਂ ਪੈਂਦਾ ਹੈਗਾ, ਚਾਹੇ ਉਹ ਅਦਰਵਾਈਜ਼ ਗਵਰਨਮੈਂਟ ਦਾ ਹਿੱਸਾ ਹੋਵੇ ਨਵਜੋਤ ਸਿੱਧੂ, ਚਾਹੇ ਜਿਸ ਵੀ ਮਰਜ਼ੀ ਉਹਦੇ ਵਿੱਚ ਹੋਵੇ, ਕਿਉਂਕਿ ਬੈਸਟ ਕੰਬੀਨੇਸ਼ਨ ਮੈਂ ਕਦੀ ਵੀ ਇੰਡੀਵਿਜੂਅਲ ਨੂੰ ਅਗੇਨ ਮੈਂ ਇਹ ਕਹਿੰਦਾ ਕਿ ਕਦੀ ਇੰਡੀਵਿਜੂਅਲ ਉਹਨੂੰ ਫਰਕ ਤਾਂ ਪਾ ਸਕਦਾ ਬਟ ਉਹਨੂੰ ਬਹੁਤ ਜ਼ਿਆਦਾ ਫਰਕ ਨਹੀਂ ਪਾ ਸਕਦਾ, ਕਿਉਂਕਿ ਅਲਟੀਮੇਟਲੀ ਤਾਂ ਟੀਮ ਦੀ ਜ਼ਰੂਰਤ ਹੁੰਦੀ ਹੈ ਐਂਡ ਇਟ ਇਜ਼ ਅ ਬਿਗ ਟੀਮ। ਕਿਉਂਕਿ ਇਲੈਕਸ਼ਨਸ 117 ਹਲਕਿਆਂ ਦੇ ਵਿੱਚ ਲੜਨੀ ਔਰ ਪੂਰੇ ਸਿਸਟਮ ਦੇ ਵਿੱਚ ਜਾ ਕੇ ਕੰਮ ਕਰਨਾ, ਇਟ ਇਜ਼ ਅ ਬਿਗ ਜੌਬ। ਸੋ ਇਹ ਨੰਬਰ ਆਫ ਪਰਸਨਸ ਜਿਹੜੇ ਆ, ਸਾਡਾ ਜਿਹੜਾ ਪੰਜਾਬ ਹੈ ਨਾ ਉਹ ਬੇਸਿਕਲੀ ਚੀਫ ਮਿਨਿਸਟਰ ਸੈਂਟਰਿਕ ਹੋ ਗਿਆ। ਆ ਜਿੰਨੇ ਵੀ ਮੈਂ ਕਈ ਲੀਡਰ ਦੇਖਦਾ, ਹਰ ਬੰਦਾ ਹੀ ਚੀਫ ਮਿਨਿਸਟਰ ਬਣਨ ਦੀ ਦੌੜ 'ਚ ਹੁੰਦਾ, ਚਾਹੇ ਮੇਰੇ ਵਰਗੇ ਨੂੰ ਕੁਛ ਆਉਂਦਾ ਹੋਵੇ ਚਾਹੇ ਨਾ ਆਉਂਦਾ ਹੋਵੇ, ਕਿਉਂਕਿ ਇਹਦੇ ਵਿੱਚ ਇੰਨੇ ਕੁ ਵੱਡੇ ਇਸ਼ੂਜ਼ ਹੁੰਦੇ ਆ, ਏਡੇ ਕੁ ਡਿਸੀਜ਼ਨਸ ਹੁੰਦੇ ਆ। ਮੈਂ ਇਹ ਪੰਜਾਬੀਆਂ ਨੂੰ ਬੇਸਿਕਲੀ ਵੈਸੇ ਹੀ ਅਕ੍ਰੋਸ ਦਾ ਪਾਰਟੀ ਲਾਈਨ ਕਿ ਯਾਰ ਤੁਸੀਂ ਕਿਉਂ ਨਹੀਂ ਟੀਮਾਂ ਬਣਾ ਕੇ ਚੱਲਦੇ ਕਿ ਇੱਕ ਬੰਦਾ ਪੰਜਾਬ ਨੂੰ ਨਹੀਂ ਕੱਢ ਸਕਦਾ। ਪੰਜਾਬ ਅੱਜ ਜਿੱਥੇ ਪਹੁੰਚ ਗਿਆ ਇੱਕ ਬੰਦਾ ਨਹੀਂ ਕੱਢ ਸਕਦਾ, ਚਾਹੇ ਉਹ ਨਵਜੋਤ ਸਿੱਧੂ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ A ਹੋਵੇ B ਹੋਵੇ C ਹੋਵੇ D ਹੋਵੇ। ਇਟ ਹੈਜ਼ ਟੂ ਬੀ ਏ ਟੀਮ। ਜਿੰਨਾ ਚਿਰ ਟੀਮ ਚੰਗੀ ਨਹੀਂ ਬਣਦੀ ਉਹਨਾਂ ਚਿਰ ਦੇਖੋ ਬੇਸਿਕਲੀ ਐਗਰੀਕਲਚਰ ਦਾ ਇਸ਼ੂ ਹੈਗਾ ਆ, ਹੈਲਥ ਦਾ ਇਸ਼ੂ ਹੈਗਾ ਆ। ਲੇਕਿਨ ਨਵਜੋਤ ਸਿੱਧੂ
ਔਰ ਸੁਨੀਲ ਜਾਖੜ 'ਚ ਸਿੱਧੀ ਗੱਲ ਕਰ ਰਹੇ ਹਾਂ, ਦੋਵਾਂ 'ਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਬਾਈ ਲਈ ਕਿਹੜੀ ਚੋਇਸ ਬੈਟਰ ਹੈ, ਬੈਟਰ ਰਿਜ਼ਲਟ ਦੇ ਸਕਦੀ ਹੈ? ਨਹੀਂ ਦੇਖੋ, ਨਵਜੋਤ ਸਿੱਧੂ ਦੇ ਵਿੱਚ ਨਵਜੋਤ ਸਿੱਧੂ ਕੋਲ ਅਗਰ ਪ੍ਰਧਾਨਗੀ ਦਾ ਐਕਸਪੀਰੀਅੰਸ ਨਹੀਂ ਹੈ, ਸੁਨੀਲ ਜਾਖੜ ਕੋਲ ਐਕਸਪੀਰੀਅੰਸ ਹੈ। ਕ੍ਰੈਡੀਬਿਲਿਟੀ ਦਾ ਇਸ਼ੂ ਤੁਸੀਂ ਕਹਿ ਰਹੇ ਹੋ, ਤੇ ਕਿਆ ਨਵਜੋਤ ਸਿੰਘ ਸਿੱਧੂ ਦੀ ਕ੍ਰੈਡੀਬਿਲਿਟੀ ਨਹੀਂ ਉਹਦੇ ਕੁਝ ਜ਼ਿਆਦਾ ਹੈ ਸੁਨੀਲ ਜਾਖੜ ਨਾਲੋਂ? ਹਰ ਬੰਦੇ ਦੇ ਆਪਣੇ ਪਲੱਸ ਐਂਡ ਮਾਈਨਸ ਹੁੰਦੇ ਆ, ਕਿਉਂਕਿ ਉਹਦੇ ਵਿੱਚ ਡਿਪਲੋਮੇਸੀ ਵੀ ਕੰਮ ਆਉਂਦੀ ਆ, ਉਹਦੇ ਵਿੱਚ ਇੱਕ ਦੂਸਰੇ ਨਾਲ ਸਹਿਚਾਰ, ਕਈ ਵਾਰੀ ਕਈ ਬੰਦੇ ਬਲੰਟ ਹੁੰਦੇ ਆ, ਕਈ ਬੰਦੇ ਡਿਪਲੋਮੈਟਿਕ ਹੁੰਦੇ ਆ। ਸੋ ਇਸ ਕਰਕੇ ਇਟ ਇਜ਼ ਏ ਕੰਬੀਨੇਸ਼ਨ। ਮੈਂ ਇਸੇ ਕਰਕੇ ਕਹਿੰਦਾ ਵੀ ਕੰਬੀਨੇਸ਼ਨ ਜਦੋਂ ਵੀ ਬਣਦੇ ਹੈਗੇ ਆ, ਉਹਦੇ ਵਿੱਚੋਂ ਮੈਂ ਹਮੇਸ਼ਾ ਦੇਖਿਆ ਜਦੋਂ ਹਨਾ ਓਲੰਪਿਕ ਦੇ ਵਿੱਚ ਜਾਂ ਵੱਡੇ ਇਵੈਂਟਸ ਹੁੰਦੇ ਆ, ਉਹਦੇ ਵਿੱਚ ਜਿਹੜਾ ਯੰਗਸਟਰ ਦਾ ਔਰ ਐਕਸਪੀਰੀਅੰਸ ਦਾ ਕੰਬੀਨੇਸ਼ਨ ਹੁੰਦਾ, ਉਹ ਹੀ ਹਮੇਸ਼ਾ ਜਿੱਤਦਾ। ਨਹੀਂ, ਕਈ ਵਾਰੀ ਬਹੁਤ ਐਕਸਪੀਰੀਅੰਸ ਵੀ ਹਾਰ ਜਾਂਦੇ ਆ, ਕਈ ਵਾਰੀ ਨਵੀਂ ਜਨਰੇਸ਼ਨ ਵੀ ਹਾਰ ਜਾਂਦੀ ਆ। ਸੋ ਇਟ ਇਜ਼ ਏ ਕੰਬੀਨੇਸ਼ਨ ਆਫ ਐਵਰੀਥਿੰਗ। ਪ੍ਰਗਟ ਜੀ, ਸਪਸ਼ਟ ਦੋ ਗੱਲਾਂ। ਨੰਬਰ 1, 2022 ਲਈ ਤੁਸੀਂ ਅੱਜ ਇਸ ਸਟੇਜ ਤੇ ਖੜੇ ਹੋ ਕਿ 60 ਸੀਟਾਂ ਕਾਂਗਰਸ ਲੈ ਲੇਗੀ ਜੋ ਪਰਫਾਰਮੈਂਸ ਹੈ। ਨੰਬਰ 2, ਕਿਆ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਪ੍ਰਧਾਨ ਲਾਉਂਦੀ ਹੈ ਤਾਂ ਨਤੀਜਿਆਂ ਤੇ ਕੋਈ ਫਰਕ ਪਏਗਾ? ਸਿੱਧਾ ਸਿੱਧਾ ਜਵਾਬ ਦਿਓ, ਘੁਮਾਣੀ ਨਹੀਂ। ਮੈਂ ਕਹਿੰਦਾ ਵੀ ਇਟ ਇਜ਼ ਏ ਕੰਬੀਨੇਸ਼ਨ ਆਫ ਐਕਸਪੀਰੀਅੰਸ ਐਂਡ ਜੋਸ਼ ਤੇ ਹੋਸ਼ ਦਾ ਜਿੱਥੇ ਸੁਮੇਲ ਆ ਜਾਂਦਾ, ਉੱਥੇ ਹੀ ਬੈਟਰ ਰਿਜ਼ਲਟ ਆਉਂਦੇ ਹੈਗੇ ਆ। ਸੁਨੀਲ ਜਾਖੜ ਕੋਲ ਵੀ ਆਪਣੇ ਕੋਲ ਕਈ ਕੁਆਲਿਟੀਜ਼ ਹੈਗੀਆਂ, ਗ੍ਰਾਸਪਿੰਗ ਪਾਵਰ ਹੈਗੀ ਆ, ਕਨਵਿੰਸ ਕਰਨ ਦੀ, ਕਨਵੇ ਕਰਨ ਦੀ ਹੈਗੀ ਆ। ਨਵਜੋਤ ਸਿੱਧੂ ਬੇਸਿਕਲੀ ਵੋਟ ਕੈਚਰ ਹੈਗਾ ਆ। ਸੋ ਕੰਬੀਨੇਸ਼ਨ ਜਿਹੜਾ ਆ ਉਹ ਬਹੁਤ ਬੈਟਰ ਹੋ ਸਕਦਾ ਪਾਰਟੀ ਲਈ ਔਰ ਪੰਜਾਬ ਲਈ ਔਰ ਗਾਂ ਸਰਕਾਰ ਨੂੰ ਚਲਾਉਣ ਲਈ ਵੀ। ਮੈਂ ਇੱਕ ਗੱਲ ਬੜਾ ਕਲੀਅਰ ਹੈ ਕਿ ਇਕੱਲਾ ਬੰਦਾ ਕੋਈ ਸਿਸਟਮ ਨੂੰ ਕੱਢ ਨਹੀਂ ਸਕਦਾ। ਸਿਸਟਮ ਨੂੰ ਕੱਢ ਸਕਦੀ ਆ ਤੇ ਟੀਮ ਕੱਢ ਸਕਦੀ ਆ, ਤੇ ਟੀਮ ਪੰਜਾਬ ਦੇ ਵਿੱਚ ਚਾਹੇ ਜਿਹੜੀ ਵੀ ਪਾਰਟੀ ਹੋਵੇ, ਉਹਨਾਂ ਨੂੰ ਟੀਮ ਬਣਾ ਕੇ ਚੰਗੇ ਬੰਦਿਆਂ ਨੂੰ ਇਹਦੇ ਵਿੱਚ ਸ਼ਮੂਲੀਅਤ ਕਰਾ। ਤੁਸੀਂ ਤਾਂ ਪਿਛਲਾ ਵੀ ਪਰਸਨੈਲਿਟੀ ਬੇਸ ਜਿੱਤਿਆ ਸੀ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਉਦੋਂ ਵੀ ਪਰਸਨੈਲਿਟੀ ਬੇਸਡ ਸੀਗਾ। ਪਰ ਮੈਂ ਕਹਿੰਦਾ ਪਰਸਨੈਲਿਟੀ ਬੇਸ ਭਾਵੇਂ ਹੋਵੇ, ਬਟ ਐਟ ਦਾ ਸੇਮ ਟਾਈਮ ਇਟ ਹੈਜ਼ ਟੂ ਬੀ ਅ ਕੰਬੀਨੇਸ਼ਨ ਆਫ ਐਕਸਪੀਰੀਅੰਸ ਐਂਡ ਯੰਗ ਪੀਪਲ। ਮੈਂ ਉਹਦੀ ਗੱਲ ਕਰਦਾ। ਤੁਹਾਡੇ ਕਈ ਐਮਐਲਏ ਤਾਂ ਸਾਨੂੰ ਆਫ ਦੀ ਰਿਕਾਰਡ ਇਹ ਵੀ ਕਹਿੰਦੇ ਆ ਕਿ ਕੈਪਟਨ ਦੀ ਕਾਫੀ ਪੀ ਕੇ ਲੋਕਾਂ ਨੇ ਮੂੰਹ ਫੂਕ ਲਿਆ ਪਿਛਲੀ ਵਾਰੀ। ਜਿਹੜੇ ਅਲੱਗ-ਅਲੱਗ ਐਮਐਲਏ ਕੁਝ ਕਹਿੰਦੇ ਆ, ਮੈਂ ਤਾਂ ਸਿੱਧਾ ਹੀ ਕਹਿ ਦਿੰਦਾ, ਮੈਂ ਤਾਂ ਕੋਈ ਬਹੁਤੀ ਚੀਜ਼ ਲੁਕਾਉਂਦਾ ਨਹੀਂ ਹੁੰਦਾ। ਉਹਨਾਂ ਨੂੰ ਜੇ ਕਿਤੇ ਉਹਨਾਂ ਨੂੰ ਕਹੋ ਵੀ ਕਹਿ ਕੇ ਦੇਖੋ, ਤੇ ਫਿਰ ਉਹ ਕਿਤੇ ਕਹਿ ਵੀ ਨਹੀਂ ਸਕਦੇ। ਕਿਉਂ ਡਰਦੇ? ਜਗਵਿੰਦਰ ਜੀ, ਕਈ ਵਾਰੀ ਨਾ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਜਿਹੜੇ ਹਨਾ 1000-1200 ਸਾਲ ਸਾਡੀ ਗੁਲਾਮੀ ਰਹੀ ਆ, ਉਹਦੇ ਹਜੇ ਵੀ ਸਾਡੇ ਜੀਨਸ ਦੇ ਵਿੱਚੋਂ ਕਈ ਚੀਜ਼ਾਂ ਗਈਆਂ ਨਹੀਂ ਹੈਗੀਆਂ। ਭਈ ਉਰਾਂ ਪਰਾਂ ਹੋ ਕੇ ਬੋਲਣਾ, ਖੁਸਰ ਪੁਸਰ ਕਰਨੀ, ਤੇ ਸਾਹਮਣੇ ਹੋ ਕੇ ਗੱਲ ਕਹਿਣ ਦੀ ਜੁਰਤ ਨਹੀਂ ਰੱਖਣੀ। ਜਾਂ ਇਹ ਵੀ ਗੱਲ ਮੈਂ ਸਮਝ ਸਕਦਾ ਵੀ ਰਿਸੈਪਟੇਬਿਲਿਟੀ ਵੀ ਹੈ ਨਹੀਂ, ਕਿਉਂਕਿ ਸੁਣਨ ਵਾਲੇ ਦੀ ਸੁਣਨ ਲਈ ਹੈ ਨਹੀਂ ਤੇ ਕਹਿਣ ਵਾਲੇ ਦੀ ਕਹਿਣ ਲਈ ਹੈ ਨਹੀਂ। ਲੈਟ ਅਸ ਵਰਕ ਟੂਗੈਦਰ। ਆਪਾਂ ਘਰ ਦੇ ਵਿੱਚ ਨਹੀਂ ਆਪਾਂ ਗੱਲ ਕਰਦੇ, ਆਪਾਂ ਟੀਮ ਦੇ ਵਿੱਚ ਨਹੀਂ ਗੱਲ ਕਰਦੇ। ਸੋ ਇਹੀ ਚੀਜ਼ਾਂ ਜੇ ਸਾਡੇ ਸਮਾਜ ਦੇ ਵਿੱਚ ਜਾਂ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਹੋ ਜਾਣ, ਤੇ ਆਪਾਂ ਉਹਦੇ ਵਿੱਚ ਕਿਸੇ ਬੰਦੇ ਨੂੰ ਇਹ ਕਹਿ ਦੇਣਾ ਵੀ ਇਹ ਤਾਂ ਰਿਬੈਲ ਹੈ। ਰਿਬੈਲ ਨਹੀਂ ਹੈ, ਅਲਟੀਮੇਟਲੀ ਉਹ ਤੁਹਾਡਾ ਵੈਲ ਵਿਸ਼ਰ ਹੈਗਾ ਕਿ ਯਾਰ ਦਿਸ ਇਜ਼ ਦਾ ਪ੍ਰੋਬਲਮ ਐਂਡ ਵੀ ਹੈਵ ਟੂ ਸੋਲਵ ਇਟ ਐਂਡ ਇਫ ਵੀ ਵਾਂਟ ਟੂ ਗੋ ਫਰਦਰ। ਵਿਧਾਨ ਸਭਾ 'ਚ ਚੀਫ ਮਿਨਿਸਟਰ ਨੇ ਅਨਾਉਂਸ ਕੀਤਾ ਕਿ ਮਾਈਨਿੰਗ ਲਈ, ਇਲੀਗਲ ਮਾਈਨਿੰਗ ਕੰਟਰੋਲ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਹੋਏਗਾ। ਮੈਂ ਇਹ ਸਵਾਲ ਪੁੱਛ ਰਿਹਾ ਸੀ ਕਿ ਇਹ 4 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ, ਇਹ ਤਾਂ ਨਹੀਂ ਬਣ ਸਕਦਾ ਸੀ? ਕੋਈ ਐਂਡ ਆਫ ਦਾ ਡੇ ਤਾਂ ਇਫੈਕਟਿਵਨੈਸ ਦੀ ਜ਼ਰੂਰਤ ਹੈਗੀ ਆ। ਮਾਈਨਿੰਗ ਹਜੇ ਵੀ ਲਗਭਗ ਉੱਦਾਂ ਹੀ ਚੱਲਦੀ ਆ, ਕਿਉਂਕਿ ਪਿੱਛੇ ਜੇ ਹਾਈ ਕੋਰਟ ਦੇ ਵਿੱਚ ਜੋ ਹੋਇਆ, ਹਾਈ ਕੋਰਟ ਨੇ ਰੇਡ ਕੀਤਾ ਇੱਥੇ ਰੋਪੜ ਦੇ ਵਿੱਚ, ਤੇ ਉੱਥੇ ਉਹ ਮਸ਼ੀਨਾਂ ਜੀਆਂ ਵੀ ਫੜ ਹੋਈਆਂ। ਸੋ ਇਟ ਮੀਨਸ ਕਿ ਇਟ ਇਜ਼ ਐਵੀਡੈਂਟ। ਨਹੀਂ, ਫਿਰ ਕੀ ਲਾਸਟ ਈਅਰ 'ਚ ਹੁਣ ਤੁਸੀਂ ਅੱਖਾਂ 'ਚ ਘੱਟਾ ਪਾ ਰਹੇ ਹੋ ਕਿ ਅਸੀਂ ਆ ਕਰਨ ਲੱਗੇ ਹਾਂ, 4 ਸਾਲ ਆਪਾਂ ਕੁਝ ਨਹੀਂ ਕੀਤਾ? ਦੇਖੋ, ਬੇਸਿਕਲੀ ਹੋ ਸਕਦਾ ਕਿ ਹੁਣ ਕਿਤੇ ਇਹ ਚੀਜ਼ਾਂ ਨੂੰ ਧਿਆਨ ਚ ਆਇਆ ਹੋਵੇ ਵੀ ਹਾਂ ਵੀ ਅਸੀਂ ਇਨਫੋਰਸਮੈਂਟ। ਦੇਖੋ 4 ਸਾਲ ਕਿੱਥੇ ਸੀ ਉਹ ਧਿਆਨ? ਦੇਖੋ ਅਲਟੀਮੇਟਲੀ ਤਾਂ ਤੁਸੀਂ ਲੋਕ ਆਪਣੇ ਹਲਕਿਆਂ 'ਚ ਰਹਿੰਦੇ, ਤੁਸੀਂ ਨਹੀਂ ਦੱਸਦੇ? ਦੇਖੋ, ਕਈ ਵਾਰੀ ਤਾਂ ਇਹ ਚੀਜ਼ਾਂ, ਇਹਦਾ ਮਤਲਬ ਕਈ ਚੀਜ਼ਾਂ ਇਹ ਐਵੀਡੈਂਟ ਵੀ ਹੁੰਦੀਆਂ ਹੈਗੀਆਂ ਵੀ ਇਹ ਹੋ ਰਿਹਾ ਸੀ ਤੇ ਤਾਂ ਅਸੀਂ ਇਹ ਕੀਤਾ ਹੈਗਾ। ਮਤਲਬ 4 ਸਾਲ ਹੁੰਦਾ ਰਿਹਾ, ਹੁਣ ਅਸੀਂ 1 ਸਾਲ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਖੜਾ ਵੀ ਕਰ ਦਾਂਗੇ ਔਰ ਉਹ ਫੜ ਵੀ ਲੇਗਾ, ਮਾਈਨਿੰਗ ਬੰਦ ਵੀ ਕਰਾ ਦੇਗਾ। ਇਹਦਾ ਮਤਲਬ ਤਾਂ ਇਹੀ ਹੈ। ਅੱਛਾ, ਤੁਹਾਡਾ ਪਾਰਟੀ ਪ੍ਰਧਾਨ ਦਾ ਰੌਲਾ ਬੜਾ ਲੰਬਾ ਚੱਲ ਰਿਹਾ ਹੈ, ਲੇਕਿਨ ਕੈਪਟਨ ਸਾਹਿਬ ਨੇ ਆਪਣਾ ਪ੍ਰਧਾਨ ਤਾਂ ਲਾ ਲਿਆ ਫਟਾਫਟ, ਪਤਾ ਵੀ ਨਹੀਂ ਲੱਗਿਆ ਕਿਸੇ ਨੂੰ। ਪੀਕੇ ਸਾਹਿਬ ਦੀ ਵਾਪਸੀ ਹੋ ਗਈ ਹੈ, ਪ੍ਰਸ਼ਾਂਤ ਕਿਸ਼ੋਰ। ਹਾਂ, ਅਸੀਂ ਵੀ ਬੇਸਿਕਲੀ ਤਾਂ ਪੜ੍ਹਿਆ ਹੈਗਾ। ਤੁਸੀਂ ਲੋਕ ਤਾਂ ਹੋਰ ਵੀ ਬੜੇ ਕਾਂਗਰਸੀ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਰਜਿੰਦਰ ਕੌਰ ਪਾਠਲ ਹੋਣ, ਸਾਰੇ ਪੁਰਾਣੇ ਕਾਂਗਰਸੀਆਂ ਨੇ OSD ਔਰ ਐਡਵਾਈਜ਼ਰਾਂ ਦਾ ਬੜਾ ਵਿਰੋਧ ਕੀਤਾ। ਹੁਣ ਉਹ ਇਸ ਕਰਕੇ ਪ੍ਰਧਾਨ ਐਡਵਾਈਜ਼ਰ ਲਿਆਏ ਆਪਣਾ। ਦੇਖੋ, ਤਾਂ ਪੋਲੀਟੀਕਲ ਐਡਵਾਈਜ਼ਰ ਉਹਨਾਂ ਨੇ ਲਾਇਆ ਹੈਗਾ ਸਰਕਾਰ ਹੈ, ਤਾਂ ਸਰਕਾਰ 'ਚ ਹੀ ਲਾਇਆ ਨਾ, ਪਾਰਟੀ 'ਚ ਥੋੜਾ ਲਾਇਆ। ਸਰਕਾਰ 'ਚ ਲਾਇਆ, ਬਿਲਕੁਲ ਲਾਇਆ। ਤੇ ਪਹਿਲਾਂ ਘੱਟ ਸੀਗੇ ਐਡਵਾਈਜ਼ਰ? ਹੋ ਸਕਦਾ ਵੀ ਉਨੀ ਐਡਵਾਈਸ ਨਾ ਦੇ ਸਕਦੇ ਹੋਣਗੇ ਜਿੰਨੀ ਇਹ ਦੇ ਸਕਦਾ।
ਹਾਂ, ਤਾਂ ਹੀ ਪ੍ਰਧਾਨ ਐਡਵਾਈਸ ਲਈ ਹੁਣ ਪ੍ਰਧਾਨ ਸਲਾਹਕਾਰ। ਤੁਹਾਨੂੰ ਵੀ ਇੱਕ ਵਾਰੀ ਆਫਰ ਤਾਂ ਹੋਈ ਸੀ ਜਦੋਂ 4 ਸਲਾਹਕਾਰ ਲਾਏ ਸੀ, ਤੇ ਤੁਹਾਨੂੰ ਵੀ ਆਫਰ ਹੋਈ ਸੀ? ਹਾਂ ਨਹੀਂ, ਮੈਨੂੰ ਹੋਈ ਸੀਗੀ, ਪਰ ਮੇਰਾ ਤਾਂ ਇੰਨਾ ਐਕਸਪੀਰੀਅੰਸ ਨਹੀਂ ਹੈਗਾ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇ ਸਕਾਂ। ਤੁਹਾਨੂੰ ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਪੱਖ 'ਚ ਮਾਹੌਲ ਬਣਾ ਪਾਣਗੇ ਫੇਰ ਇੱਕ ਵਾਰੀ? ਦੇਖੋ, ਜੋ ਫੀਡਬੈਕ ਆ ਰਹੀ ਆ ਜਿੱਦਣ ਦੀ ਅਪਾਇੰਟਮੈਂਟ ਹੋਈ ਆ, ਕੋਈ ਬਹੁਤੀ ਪੋਜ਼ਿਟਿਵ ਨਹੀਂ ਹੈ। ਕੱਲ ਨੂੰ ਪਤਾ ਨਹੀਂ ਹੁਣ ਉਹ ਕਿਸ ਐਂਗਲ ਨਾਲ ਤੇ ਕੀ ਫੀਡਬੈਕ ਆ ਰਹੀ ਹੈ? ਨਹੀਂ, ਫੀਡਬੈਕ ਬਹੁਤੀ ਪੋਜ਼ਿਟਿਵ ਨਹੀਂ ਹੈ, ਨੈਗੇਟਿਵ ਫੀਡਬੈਕ ਹੈ। ਕਿਸ ਤਰ੍ਹਾਂ ਦੀ ਗੱਲ? ਮਤਲਬ ਜਿਹੜੇ ਮਤਲਬ ਲੋਕਾਂ ਦੇ ਵਿੱਚ ਆਮ ਗੱਲ ਇਹ ਹੈਗੀ ਆ ਵੀ ਜਿਹੜੇ ਵਾਅਦੇ ਸੀਗੇ ਉਹ ਇਹ ਪ੍ਰਸ਼ਾਂਤ ਕਿਸ਼ੋਰ ਨਹੀਂ ਕਰਵਾਏ ਸੀਗੇ। ਐਕਚੁਅਲੀ ਕਈ ਵਾਰ ਇਹ ਵੀ ਹੋ ਜਾਂਦਾ ਵੀ ਬੰਦੇ ਸਿੱਧੀ ਗੱਲ ਕਹਿਣ ਤੋਂ ਆਲੇ ਦੁਆਲੇ ਵਾਲਿਆਂ ਨੂੰ ਕਹਿਣ ਲੱਗ ਪੈਂਦੇ ਆ। ਅੱਛਾ, ਜਿਹੜਾ ਮੈਨੀਫੈਸਟੋ ਦੇ ਵਾਅਦੇ ਸੀ ਉਹਨਾਂ ਦੇ ਪਿੱਛੇ ਪ੍ਰਸ਼ਾਂਤ ਕਿਸ਼ੋਰ ਦਾ ਹੀ ਮਾਈਂਡ ਸੀ। ਲੋਕਾਂ ਦੀ ਜਿਹੜੀ ਫੀਡਬੈਕ ਹੈਗੀ ਆ, ਜਾਂ ਈਵਨ ਮੀਡੀਆ ਦੀ ਵੀ, ਸੋਸ਼ਲ ਮੀਡੀਆ ਦੀ ਵੀ, ਉਹ ਤਾਂ ਜ਼ਿਆਦਾ ਤਾਂ ਇਦਾਂ ਦੀ ਫੀਡਬੈਕ ਹੈਗੀ। ਤੇ ਅਕਾਲੀ ਦਲ ਨੇ ਤਾਂ ਇਹ ਵੀ ਕਿਹਾ ਇਸੀ ਵਿਧਾਨ ਸਭਾ ਸੈਸ਼ਨ 'ਚ ਕਿ ਕੈਪਟਨ ਸਾਹਿਬ ਔਰ ਪ੍ਰਸ਼ਾਂਤ ਕਿਸ਼ੋਰ ਤੇ FIR ਦਰਜ ਹੋਣੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਹੀ ਨਹੀਂ ਕੀਤੇ। ਨਹੀਂ, ਚਲੋ ਅਕਾਲੀ ਦਲ ਕਿਉਂਕਿ ਡੈਮੋਕ੍ਰੇਸੀ ਹੈ ਨਾ ਸਾਡੀ, ਜੋ ਤੁਹਾਡੀ ਫੀਡਬੈਕ ਹੈ ਉਸੇ ਤਰ੍ਹਾਂ ਦੀ ਅਕਾਲੀ ਦਲ ਦੀ ਫੀਡਬੈਕ ਵੀ ਹੈ। ਮੈਂ ਤਾਂ ਆਪਣੀ ਐਜ਼ ਅ ਇੰਡੀਵਿਜੂਅਲ MLA ਤਾਂ ਮੈਂ ਇਹ ਗੱਲ ਕਹਿ ਸਕਦਾ, ਬਟ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਹਾਂ ਬਈ ਅਕਾਲੀ ਦਲ ਜੋ ਪਹਿਲਾਂ ਅਕਾਲੀ ਦਲ ਨੇ ਕੀਤਾ ਉਹ ਵੀ ਕਿਹੜਾ ਕਿਸੇ ਨੂੰ ਭੁੱਲਿਆ ਆ। ਜੇ ਫੀਡਬੈਕ ਸਹੀ ਨਹੀਂ ਹੈ ਤਾਂ ਫਿਰ ਕੀ ਰਣਨੀਤੀ ਬਣਾਉਣਗੇ? ਹੁਣ ਪ੍ਰਸ਼ਾਂਤ ਕਿਸ਼ੋਰ ਰਣਨੀਤੀ ਬਣਾਉਂਦੇ ਆ ਨਾ। ਹਾਂ ਨਹੀਂ, ਹੈ ਤਾਂ ਰਣਨੀਤੀਕਾਰ ਹੀ ਹੈ, ਲੇਕਿਨ ਜਿੰਨੀ ਕੁ ਮੇਰਾ ਇੰਟੈਲੀਜੈਂਸੀਆ ਹੈਗਾ, ਜਿੰਨੀ ਕੁ ਮੈਨੂੰ ਸਮਝ ਹੈਗੀ ਆ, ਪਤਾ ਨਹੀਂ ਹੁਣ ਇਹ ਕਿਸ ਤਰ੍ਹਾਂ ਦੀ ਰਣਨੀਤੀ ਬਣਾਉਣਗੇ ਵੀ ਤਾਂ ਕਿ ਜਿਹੜੀ 2022 ਹੈਗੀ ਉਹਦੀ ਪੋਜ਼ਿਟਿਵਿਟੀ ਕਨਵਰਟ ਹੋ ਕੇ ਤਾਂ ਕਾਂਗਰਸ ਦੀ। ਪ੍ਰਗਟ ਜੀ, ਇੱਕ ਤਰਫ AICC ਪੰਜਾਬ 'ਚ ਨਵਾਂ ਪਾਰਟੀ ਪ੍ਰਧਾਨ ਲਗਾਉਣ ਲਈ ਆਖਰੀ ਮੋੜ ਤੇ ਖੜੀ ਹੈ। ਇਨ ਬਿਟਵੀਨ ਆਲ ਆਫ ਸਡਨ ਪ੍ਰਸ਼ਾਂਤ ਕਿਸ਼ੋਰ ਦੀ ਗਵਰਨਮੈਂਟ 'ਚ ਐਂਟਰੀ ਹੋ ਜਾਂਦੀ ਹੈ। ਇਹ ਦੋਨੋਂ ਚੀਜ਼ਾਂ ਕੋਰਿਲੇਟਡ ਹੈ ਆਪਸ 'ਚ, ਪ੍ਰਧਾਨ ਦੀ ਅਪਾਇੰਟਮੈਂਟ ਔਰ ਪ੍ਰਧਾਨ ਸਲਾਹਕਾਰ ਦੀ ਅਪਾਇੰਟਮੈਂਟ? ਦੇਖੋ, ਇਹਦੇ ਬਾਰੇ ਤਾਂ ਕਿਉਂਕਿ ਮੈਂ ਤਾਂ ਕਿਉਂਕਿ ਦਿੱਲੀ ਨਾਲ ਬਹੁਤ ਜ਼ਿਆਦਾ ਇਨ ਟੱਚ ਨਹੀਂ ਹੈਗਾ, ਮੈਨੂੰ ਇਹਦੇ ਬਾਰੇ ਨਹੀਂ ਪਤਾ ਵੀ ਕੋਈ ਪ੍ਰਧਾਨ ਲੱਗ ਰਿਹਾ ਹੈਗਾ ਜਾਂ ਨਹੀਂ ਲੱਗ ਰਿਹਾ ਹੈਗਾ, ਕਿਉਂਕਿ ਸੁਣੀ ਜਾਂਦੇ ਆ, ਨਵਜੋਤ ਸਿੱਧੂ ਦਾ ਵੀ ਸੁਣੀ ਜਾਂਦੇ ਆ ਵੀ ਆ ਰਿਹਾ ਹੈਗਾ, ਕੋਈ ਕਹਿੰਦਾ ਜੀ ਕੈਬਨਿਟ 'ਚ ਆ ਰਿਹਾ ਹੈਗਾ, ਕੋਈ ਕਹਿੰਦਾ ਜੀ ਪ੍ਰਧਾਨ ਆ ਰਿਹਾ ਹੈਗਾ। ਸੋ ਆਪਣੀ ਉਨੀ ਨਾ ਪਹੁੰਚ ਹੀ ਹੈਗੀ ਆ, ਨਾ ਆਪਣੇ ਨਾਲ ਇੰਨਾ ਕੋਈ ਇਨ ਟੱਚ ਹੀ ਹੈਗਾ ਜਿਹਦੇ ਬਾਰੇ। ਸਿੱਧੂ ਸਾਹਿਬ ਨੇ ਕੀ ਦੱਸਿਆ ਤੁਹਾਨੂੰ ਕਿ ਆ ਰਹੇ ਕੈਬਨਿਟ 'ਚ ਨਹੀਂ? ਆਈ ਡੋਂਟ ਥਿੰਕ ਸੋ ਕਿ ਕੈਬਨਿਟ ਦੇ ਵਿੱਚ ਵਾਲੀ ਗੱਲ ਨਹੀਂ ਆਉਣਗੇ, ਮੈਨੂੰ ਲੱਗਦਾ ਨਹੀਂ ਹੈ, ਕਿਉਂਕਿ ਅਲਟੀਮੇਟਲੀ ਮੈਂ ਤਾਂ ਕਿਹਾ ਵੀ ਨਾ ਉਹ ਮੈਨੂੰ ਕਦੀ ਇਦਾਂ ਦੀਆਂ ਗੱਲ ਕਰਦਾ ਹੈਗਾ, ਨਾ ਮੈਂ ਉਹਦੇ ਨਾਲ। ਤੁਹਾਡਾ ਦਿਲ ਕਹਿੰਦਾ ਕਿ ਨਹੀਂ ਆਉਣਗੇ? ਮੈਨੂੰ ਲੱਗਦਾ ਹੈਗਾ ਵੀ ਨਹੀਂ, ਸ਼ਾਇਦ ਨਹੀਂ ਆਵੇ, ਕਿਉਂਕਿ ਆਖਰੀ ਸਾਲ ਹੈ, ਉਹਦੇ 'ਚ ਨੁਕਸਾਨ ਹੋਏਗਾ ਉਹਨਾਂ ਨੂੰ। ਦੇਖੋ, ਜੋ ਪੋਲੀਟੀਕਲ ਪਰਸੈਪਸ਼ਨ ਖਰਾਬ ਹੋਏਗਾ। ਹਾਂ, ਜਿੰਨਾ ਕੁ ਮੈਨੂੰ ਸਮਝ ਆਉਂਦੀ ਪੋਲੀਟੀਕਲ ਪਰਸੈਪਸ਼ਨ ਤਾਂ ਖਰਾਬ ਹੋਊਗੀ। ਫਿਰ ਤਾਂ 2 ਸਾਲ ਵੀ ਨਹੀਂ ਬਾਹਰ ਬਹਿਣਾ ਚਾਹੀਦਾ ਸੀਗਾ, ਫਿਰ ਅਸਤੀਫਾ ਹੀ ਨਹੀਂ ਦੇਣਾ ਚਾਹੀਦਾ। ਹਾਂ, ਫਿਰ ਤਾਂ ਬੇਸਿਕਲੀ ਦੇਖੋ ਅਲਟੀਮੇਟਲੀ ਤਾਂ ਇਹ ਪ੍ਰੈਰੋਗੇਟਿਵ ਦਾ CM ਦਾ ਹੈਗਾ, ਬਟ ਐਟ ਦਾ ਸੇਮ ਟਾਈਮ ਫਿਰ ਜੇ ਉਹਦਾ ਆਪਣਾ ਸਟੈਂਡ ਸੀਗਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਉਹਨੂੰ ਵਾਪਸ ਉਸ ਗੱਲ ਤੇ ਆਉਣਾ ਚਾਹੀਦਾ ਹੈਗਾ। ਲੇਕਿਨ ਪ੍ਰਧਾਨਗੀ 'ਚ ਅਗਰ ਉਹਨਾਂ ਨੂੰ ਹਾਈ ਕਮਾਂਡ ਮੌਕਾ ਦਿੰਦੀ ਹੈ ਤਾਂ ਤੁਹਾਨੂੰ ਲੱਗਦਾ ਹੈ ਵੀ ਪੰਜਾਬ 'ਚ ਸਹੀ ਫੈਸਲਾ ਹੋਏਗਾ? ਕਿਸੇ ਨਾ ਕਿਸੇ ਵੀ ਰੋਲ ਦੇ ਵਿੱਚ ਹੀ ਹੈਜ਼ ਟੂ ਬੀ ਇਨਵੋਲਵਡ, ਕਿਉਂਕਿ ਅਲਟੀਮੇਟਲੀ ਉਹਦੀ ਜਿਹੜੀ ਵੋਟ ਕੈਚਿੰਗ ਵਾਲੀ ਔਰ ਜਿਹੜੀ ਉਹਦੀ ਇਮਾਨਦਾਰੀ ਵਾਲੀ ਗੱਲ ਹੈਗੀ ਆ, ਉਹ ਹੈਗੀ ਆ। ਇਹ ਜਿਹੜਾ ਪ੍ਰਸ਼ਾਂਤ ਕਿਸ਼ੋਰ ਨੂੰ ਲਗਾਉਣ ਦਾ ਫੈਸਲਾ ਹੈ, ਕਿਆ ਇਹਦੇ 'ਚ ਹਾਈ ਕਮਾਂਡ ਨੂੰ ਵੀ ਵਿੱਚ ਰੱਖਿਆ ਜਾਂਦਾ ਹੈ ਜਾਂ ਨਹੀਂ? ਕਿਉਂਕਿ ਇਹ ਕੋਈ ਛੋਟੀ ਅਪਾਇੰਟਮੈਂਟ ਨਹੀਂ। ਦੇਖੋ, ਮੈਨੂੰ ਇਹਦੇ ਬਾਰੇ ਮੈਂ ਕਹਾਂ ਕਿ ਮੈਂ ਇਹਦੇ ਤੇ ਕਮੈਂਟ ਕਰਾਂ, ਮੈਨੂੰ ਨਹੀਂ ਲੱਗਦਾ। ਪਰ ਤੁਹਾਨੂੰ ਪੁੱਛਣਾ ਤਾਂ ਚਾਹੀਦਾ ਹੈ ਨਾ, ਕਿਉਂਕਿ ਅਲਟੀਮੇਟਲੀ ਇਹ ਚੁਣਾਵ ਨਾਲ ਜੁੜਿਆ ਮਸਲਾ ਹੈ ਔਰ ਫਾਈਨਲੀ ਚੁਣਾਵ 'ਚ ਤੁਸੀਂ ਵੀ ਜਾਣਾ ਹੈ। ਹਾਂ, ਨਹੀਂ, ਚੁਣਾਵ 'ਚ ਅਸੀਂ ਵੀ ਜਾਣਾ ਹੈਗਾ, ਪਰ ਸਾਡੇ ਬੜੇ ਸੀਨੀਅਰ ਫੰਕਸ਼ਨਰੀਜ਼ ਹੈਗੇ ਸਾਡੇ, ਕਿਉਂਕਿ ਕੈਬਨਿਟ ਹੈਗੀ ਆ, ਕਿਉਂਕਿ ਅਸੀਂ ਤਾਂ ਇਸ ਪਾਰਟੀ ਦੇ ਵਿੱਚ ਸਾਨੂੰ ਤਾਂ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਵੀ ਇਹ ਨਵੇਂ ਆਏ ਆ ਜਾਂ ਬਾਹਰੋਂ ਆਏ ਆ, ਬਟ ਐਟ ਦਾ ਸੇਮ ਟਾਈਮ ਜੇ ਕੋਈ ਪੁੱਛ ਲਊਗਾ ਜਾਂ ਕਿਤੇ ਇਹੋ ਜਿਹਾ ਚਾਂਸ ਬਣੂਗਾ ਤਾਂ ਜ਼ਰੂਰ ਪੁੱਛਾਂਗੇ। ਅਗਰ ਇੰਨੇ ਸਾਰੇ ਸੀਨੀਅਰ ਸੀਗੇ ਤੇ ਫਿਰ ਪ੍ਰਧਾਨ ਐਡਵਾਈਜ਼ਰ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਸੀ। ਨਹੀਂ, ਇਹ ਤਾਂ ਹੁਣ ਬੇਸਿਕਲੀ ਸਾਡੇ CM ਸਾਹਿਬ ਹੀ ਇਹਦਾ ਗੱਲ ਦਾ ਜਵਾਬ ਦੇ ਸਕਦੇ ਜਾਂ ਸਾਡੀ ਕੈਬਨਿਟ ਜਵਾਬ ਦੇ ਸਕਦੀ ਹੈ। ਨਹੀਂ, ਇਸ ਅਪਾਇੰਟਮੈਂਟ ਦਾ ਮਤਲਬ ਕੀ ਕੱਢ ਰਹੀ ਹੈ ਕਾਂਗਰਸ? ਤੁਹਾਡੇ 'ਚ ਆਪਸ 'ਚ ਤੇ ਤਸਕਰਾ ਹੋ ਰਿਹਾ ਹੋਣਾ ਹੈ। ਪਰ ਰਿਐਲਿਟੀ ਦੇ ਵਿੱਚ ਕੋਈ ਬਹੁਤਾ MLAs ਦਾ ਫੀਡਬੈਕ ਇਸ ਗੱਲ ਲਈ ਵਧੀਆ ਨਹੀਂ ਹੈਗਾ ਇਨ ਜਨਰਲ, ਪਰ ਆਪਾਂ ਕਹੀਏ ਵੀ ਕੋਈ MLA ਜਾ ਕੇ ਕਹੂਗਾ ਜਾਂ ਆਈ ਡਾਊਟ ਕਿ ਕੋਈ ਬੰਦਾ ਜਾ ਕੇ ਕਹੂਗਾ ਕਿ ਹਾਂਜੀ ਆ ਠੀਕ ਹੈ ਜਾਂ ਗੱਲ ਗਲਤ ਹੈਗੀ, ਕਿਉਂਕਿ ਸਾਡੇ ਸੀਨੀਅਰ ਬੈਠੇ ਇੱਕ ਜਿਹੜੇ ਕੈਬਨਿਟ ਦੀ ਪੂਰੀ, ਕਿਉਂਕਿ ਇਹ ਕੈਬਨਿਟ ਦੀ ਅਪਰੂਵਲ ਨਹੀਂ ਹੋਇਆ ਨਾ, ਕੈਬਨਿਟ ਦੀ ਅਪਰੂਵਲ ਨਾ ਹੋਇਆ। ਜੇ ਕੈਬਨਿਟ ਨੇ ਅਪਰੂਵ ਕਰਤਾ ਫਿਰ ਕੈਬਨਿਟ ਦੀ ਫੀਡਬੈਕ ਕਿਉਂ ਠੀਕ ਨਹੀਂ ਹੈ? ਜੇ ਉਹਨਾਂ ਦੀ ਫੀਡਬੈਕ ਠੀਕ ਨਹੀਂ ਸੀ ਫਿਰ ਇਹਨਾਂ ਦੀ ਜਿਹੜੀ ਹੈ ਉਹ ਕੈਬਨਿਟ 'ਚ ਅਪਰੂਵਲ ਹੀ ਨਹੀਂ ਹੋਣੀ ਚਾਹੀਦੀ ਸੀ। ਜਗਵਿੰਦਰ ਜੀ, ਰਿਐਲਿਟੀ ਇਹ ਆ, ਸਾਡੀ ਕੈਬਨਿਟ ਦੇ ਵਿੱਚ ਬਹੁਤੇ ਬੰਦੇ ਕਈ ਵਾਰੀ ਏਜੰਡਾ ਪੜ੍ਹ ਕੇ ਵੀ ਨਹੀਂ ਜਾਂਦੇ।
ਮੈਂ ਫਰੈਂਕਲੀ ਮੈਂ ਤਾਂ ਇੱਕ ਵਾਰੀ ਸੀਐਮ ਸਾਹਿਬ ਨੂੰ ਵੀ ਇਹ ਗੱਲ ਕਹੀ ਸੀ ਵੀ ਕਈ ਬੰਦੇ ਇਦਾਂ ਦੇ ਹੈਗੇ ਆ, ਆਈ ਐਮ ਨਾਟ ਟਾਕਿੰਗ ਅਬਾਊਟ ਐਵਰੀਬਡੀ, ਬਟ ਕਈ ਬੰਦੇ ਇਦਾਂ ਦੇ ਹੈਗੇ ਆ ਜਿਹੜੇ ਏਜੰਡਾ ਪੜ੍ਹ ਕੇ ਨਹੀਂ ਜਾਂਦੇ, ਜਦੋਂ ਸਾਰੀਆਂ ਅਪਰੂਵਲਸ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ, ਕਈ ਵਾਰੀ ਬਾਅਦ 'ਚ ਉਹਨਾਂ ਨੂੰ ਪੁੱਛੀਦਾ, ਉਹ ਕਹਿੰਦੇ ਹਾਂ ਇਹ ਕਦੋਂ ਹੋਇਆ, ਇਹ ਕਿਉਂ ਹੋਇਆ। ਮੈਂ ਕਿਹਾ ਜੀ ਇਹ ਤੁਸੀਂ ਜਿਹੜੀ ਕੈਬਨਿਟ ਦੇ ਵਿੱਚ ਸੀਗਾ ਉਸ ਕੈਬਨਿਟ ਦੇ ਵਿੱਚ ਹੀ ਹੋਇਆ। ਪਰ ਇਹ ਵੀ ਤਾਂ ਹੋ ਸਕਦਾ ਹੈ ਨਾ ਕਿ ਉਹਨਾਂ ਦੀ ਬਹੁਤੇ ਉਹਨਾਂ ਨਾਲ ਰਾਏ ਸ਼ੁਮਾਰੀ ਕੀਤੀ ਨਾ ਜਾਂਦੀ ਹੋਏ ਤੇ ਉਹਨਾਂ ਨੂੰ ਲੱਗਦਾ ਹੋਵੇ ਵੀ ਇਹਨੂੰ ਪੜ੍ਹ ਕੇ ਵੀ ਕੀ ਕਰਨਾ ਹੈ, ਅਸੀਂ ਸਾਡਾ ਕਿਹੜਾ ਕਿਸੇ ਨੇ ਸਲਾਹ ਮਸ਼ਵਰਾ ਲੈਣਾ ਹੈ। ਐਕਚੁਅਲੀ ਗਵਰਨਮੈਂਟ ਤਾਂ ਕੈਬਨਿਟ ਹੀ ਆ ਨਾ ਐਂਡ ਆਫ ਦਾ ਡੇ, ਤੇ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਆਪਣੀ ਵਿਜ਼ਨ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ ਆਪਣੀ ਰਾਏ ਦੇਣੀ ਚਾਹੀਦੀ ਹੈਗੀ ਆ। ਇਸ ਵਿਧਾਨ ਸਭਾ 'ਚ ਸਾਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਸ਼ਾਇਦ ਯੂਪੀ ਦੀ ਅਸੈਂਬਲੀ ਚੱਲ ਰਹੀ ਹੈ। ਕਈ ਵਾਰੀ ਇਸ ਤਰ੍ਹਾਂ ਦਾ ਮੁਕਾਮ ਆਇਆ ਕਿ ਇਹ ਲੱਗਦਾ ਸੀ ਇਹ ਪੰਜਾਬ ਦੀ ਅਸੈਂਬਲੀ ਹੈ ਕਿ ਉੱਤਰ ਪ੍ਰਦੇਸ਼ ਦੀ ਅਸੈਂਬਲੀ ਹੈ, ਕਿਉਂਕਿ ਮੁਖਤਾਰ ਅੰਸਾਰੀ ਛਾਇਆ ਰਿਹਾ। ਤੁਹਾਡੀ ਸਰਕਾਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ 'ਚ ਕਿਉਂ ਪਾਲ ਰਹੀ ਹੈ? ਤੁਹਾਨੂੰ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਹੈ, ਯੂਪੀ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਸੁਪਰੀਮ ਕੋਰਟ 'ਚ ਗਈ ਹੋਈ ਹੈ, ਇੱਥੇ ਤੁਹਾਡੀ ਮਜ਼ਾਕ ਉਡਾਉਂਦਾ ਹੈ ਰੋਜ਼ ਅਕਾਲੀ ਦਲ। ਇਹ ਕੀ ਪ੍ਰੇਮ ਹੈ ਤੁਹਾਡੀ ਸਰਕਾਰ ਦਾ ਮੁਖਤਾਰ ਅੰਸਾਰੀ ਨਾਲ? ਐਕਚੁਅਲੀ ਮੈਨੂੰ ਇਹਦੇ ਬਾਰੇ ਮੈਂ ਕਹਾਂ ਕਿ ਬਹੁਤ ਨੌਲੇਜ ਹੈਗੀ, ਬਟ ਜਦੋਂ ਇਹ ਉੱਥੇ ਵਿਧਾਨ ਸਭਾ ਦੇ ਵਿੱਚ ਸੁਣਿਆ ਹੈਗਾ ਯੂਪੀ ਦੇ ਵਿੱਚ ਜੇ ਇੰਨੇ ਪਰਚੇ ਦਰਜ ਹੈਗੇ ਆ ਤਾਂ ਫਿਰ ਮੈਨੂੰ ਲੱਗਦਾ ਸਾਨੂੰ ਬਹੁਤਾ ਡਿਫੈਂਡ ਕਰਨ ਦੀ, ਅਸੀਂ ਆਪਣੇ ਸਟੇਟ ਦਾ ਦੇਖੀਏ, ਅਸੀਂ ਦੂਸਰੀ ਸਟੇਟ ਦਾ ਕਿਉਂ ਦੇਖਣਾ ਹੈਗਾ। ਕਿਹਦਾ ਇੰਟਰਸਟ ਹੈ ਇਹਦੇ ਵਿੱਚ? ਕੁਝ ਪਤਾ ਲੱਗਿਆ ਵਿਧਾਨ ਸਭਾ 'ਚ ਰੌਲਾ ਪੈਣ ਤੋਂ ਬਾਅਦ? ਹੋਮ ਮਿਨਿਸਟਰ ਇਜ਼ ਦਾ ਬੇਸਿਕਲੀ ਆਨਸਰੇਬਲ ਪਰਸਨ ਹੈ। ਉਹ ਚੀਫ ਮਿਨਿਸਟਰ ਕੋਲ ਹੈ ਹੋਮ ਡਿਪਾਰਟਮੈਂਟ ਉਹਨਾਂ ਕੋਲ, ਐਂਡ ਜੇਲ੍ਹ ਇਜ਼ ਸੁਖਜਿੰਦਰ ਸਿੰਘ ਰੰਧਾਵਾ। ਤੁਹਾਡਾ ਨਾ ਜੇਲ੍ਹ ਮੰਤਰੀ ਬੋਲਦਾ, ਅਸੀਂ ਆਪ ਕਿੰਨੀ ਵਾਰੀ ਜਾ ਚੁੱਕੇ ਹਾਂ, ਨਾ ਤੁਹਾਡੇ ਚੀਫ ਮਿਨਿਸਟਰ ਆਫਿਸ ਤੋਂ ਕੋਈ ਬੋਲਦਾ, ਨਾ ਤੁਹਾਡਾ ਕੋਈ ਪੁਲਿਸ ਅਫਸਰ ਬੋਲ ਕੇ ਰਾਜੀ ਹੈ, ਨਾ ਕੋਈ ਤੁਹਾਡੀ ਜੇਲ੍ਹ ਅਥਾਰਟੀ ਬੋਲ ਕੇ ਰਾਜੀ ਹੈ, ਨਾ ਤੁਹਾਡੇ ਕੋਈ ਡਾਕਟਰ ਬੋਲ ਕੇ ਰਾਜੀ ਹੈ ਕਿ ਆਖਿਰਕਾਰ ਕਿਹੜੇ ਮੈਡੀਕਲ ਗਰਾਊਂਡ ਤੋਂ ਰੱਖਿਆ। ਤੇ ਫਿਰ ਇਹਦੇ ਤੋਂ ਲੋਕਾਂ ਨੂੰ ਕਿਵੇਂ ਪਤਾ ਲੱਗੇ ਕਿ ਮੁਖਤਾਰ ਅੰਸਾਰੀ ਰੋਪੜ ਜੇਲ੍ਹ 'ਚ 2 ਸਾਲ ਤੋਂ ਕਿਉਂ ਬੈਠਾ ਹੈ? ਨਹੀਂ ਦੇਖੋ, ਅਲਟੀਮੇਟਲੀ ਅਥਾਰਟੀਜ਼ ਆਨਸਰੇਬਲ ਤਾਂ ਹੈਗੀ ਆ। ਦੇਖੋ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਜਿਹੜੀ ਵੀ ਸਰਕਾਰ ਹੋਵੇ ਉਹਨੂੰ ਬੇਸਿਕਲੀ ਇਹਦਾ ਆਨਸਰ ਤਾਂ ਦੇਣਾ ਚਾਹੀਦਾ ਵੀ ਹਾਂ ਵੀ ਇਹ ਕਿਉਂ ਆਪਾਂ ਇਹ ਕਰ। ਲੱਖਾਂ ਰੁਪਈਆ ਉਹਦੇ ਵਕੀਲ ਤੇ ਸੁਪਰੀਮ ਕੋਰਟ 'ਚ ਖਰਚਿਆ ਜਾ ਰਿਹਾ ਕਿ ਯੂਪੀ ਨੂੰ ਨਹੀਂ ਦੇਣਾ। ਇਹ ਪਰਸਨਲ ਲੈਵਲ ਤੇ ਤਾਂ ਇਦਾਂ ਦੀ ਕੋਈ ਗੱਲ ਹੋਣੀ ਨਹੀਂ ਚਾਹੀਦੀ। ਲਾਅ ਇਜ਼ ਫॉर ਐਵਰੀਬਾਡੀ ਐਂਡ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰਗਟ ਜੀ, ਜਿੰਨੀ ਪੈਰਵੀ ਪੰਜਾਬ ਸਰਕਾਰ ਮੁਖਤਾਰ ਅੰਸਾਰੀ ਦੀ ਕਰ ਰਹੀ ਹੈ, ਜੇ ਉਨੀ ਪੈਰਵੀ ਕਿਸਾਨਾਂ ਦੀ ਹੋਈ ਹੁੰਦੀ ਤਾਂ ਸ਼ਾਇਦ ਕਿਸਾਨਾਂ ਦੇ ਜ਼ਖਮਾਂ ਤੇ ਬਹੁਤ ਵੱਡਾ ਮਰਹਮ ਲੱਗਾ ਹੁੰਦਾ, ਤੇ ਉਹਦੇ ਵੱਲ ਨਹੀਂ ਸੋਚਦੇ। ਉਹਦੇ ਲਈ ਤੁਸੀਂ ਕਿਹਾ ਕਿ ਅਸੀਂ ਮਤਾ ਪਾਸ ਕਰਤਾ, ਉਸ ਮਤੇ ਦਾ ਬਣਿਆ ਕੀ? ਕਿਸਾਨਾਂ ਦਾ ਬਣਿਆ ਕੀ? ਕਿਸਾਨਾਂ ਦਾ ਮਸਲਾ ਜਿੱਥੇ ਖੜਾ ਸੀ ਉੱਥੇ ਹੀ ਖੜਾ ਹੈ। ਹੋਇਆ ਕੀ, ਲੋਕਾਂ ਨੂੰ ਪੋਲੀਟੀਕਲ ਸਿਸਟਮ ਤੋਂ ਵਿਸ਼ਵਾਸ ਹੌਲੀ-ਹੌਲੀ ਉੱਠ ਗਿਆ, ਔਰ ਉਹਦਾ ਨਤੀਜਾ ਇਹ ਹੋਇਆ ਕਿ ਲੋਕੀ ਆਪ ਮੁਹਾਰੇ ਉਧਰੋਂ ਉਹਨਾਂ ਨੇ 3 ਕਾਨੂੰਨ ਬਣਾਤੇ, ਤੇ ਇੱਥੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ, ਆਮ ਲੋਕਾਂ ਦੀ ਜਿਹੜੀ ਫੀਲਿੰਗ ਆ ਉਹਨਾਂ ਨਾਲ ਜੁੜ ਕੇ ਤਾਂ ਉਹ ਦਿੱਲੀ ਪਹੁੰਚ ਗਏ। ਅਕ੍ਰੋਸ ਦਾ ਪਾਰਟੀ ਲਾਈਨ ਦੀ ਮੈਂ ਗੱਲ ਕਰਦਾ, ਮੈਂ ਇੱਕ ਪਾਰਟੀ ਦੀ ਨਹੀਂ ਗੱਲ ਕਰਦਾ। ਸੋ ਉਹ ਜਿਹੜਾ ਵੈਕਿਊਮ ਹੈਗਾ ਉਹ, ਕਿਉਂਕਿ ਸਾਨੂੰ ਪੋਲੀਟੀਕਲ ਬੰਦਿਆਂ ਨੂੰ ਬੇਸਿਕਲੀ ਕਿਸੇ ਨੇ ਵੀ ਕਿਸੇ ਸਟੇਜ ਤੇ ਨਹੀਂ ਬੋਲਣ ਦਿੱਤਾ, ਨਾ ਬਹੁਤਾ ਜਾਣ ਦਿੱਤਾ। ਆਲਦੋ ਕਿ ਸਾਡੀ ਵੀ ਸਾਰਿਆਂ ਦੀ ਫੀਲਿੰਗ ਤਾਂ ਇਹ ਹੈਗੀ, ਆਪਣੀ ਸਾਰੇ ਪੰਜਾਬੀਆਂ ਦੀ ਫੀਲਿੰਗ ਇਹ ਹੈਗੀ ਹੈ ਕਿ ਯਾਰ ਇਹ ਧੱਕਾ ਹੋ ਰਿਹਾ, ਬਟ ਐਟ ਦਾ ਸੇਮ ਟਾਈਮ ਉਸ ਸਮੇਂ ਤੇ 3 ਬਿੱਲ ਆ ਗਏ, ਤੇ ਬਿੱਲ ਜਿਹੜੇ ਹੈਗੇ ਬੇਸਿਕਲੀ ਉਹਦੇ ਤੇ ਸਾਨੂੰ ਸਾਰਿਆਂ ਨੂੰ ਡਿਫੈਂਡ ਕਰਨ ਦੀ ਤਾਂ ਜ਼ਰੂਰਤ ਹੈਗੀ ਆ। ਉਹਦੇ ਵਿੱਚ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੇ ਵੀ ਜਿੰਨਾ ਕੁ ਡਿਫੈਂਡ ਕਰ ਸਕਦੇ ਉਹ ਕੀਤਾ ਹੈਗਾ। ਜੇ ਤੁਹਾਡੇ ਤੇ ਜਾਂ ਪੋਲੀਟੀਕਲ ਪਾਰਟੀਆਂ ਤੇ ਕਿਸਾਨ ਦਾ ਭਰੋਸਾ ਉੱਠ ਗਿਆ ਤੇ ਇਹ ਭਰੋਸਾ ਪੋਲੀਟੀਕਲ ਪਾਰਟੀਆਂ ਨੇ ਵਾਪਸ ਬਣਾਉਣਾ ਹੈ ਜਾਂ ਨਹੀਂ? ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ। ਨਹੀਂ ਬਣਾਉਣਾ ਚਾਹੀਦਾ, ਕਿਉਂ ਨਹੀਂ ਬਣਾਉਣਾ ਚਾਹੀਦਾ? ਤੇ ਉਹਦੇ ਲਈ ਕੋਈ ਮੈਕੈਨਿਜ਼ਮ ਹੋਣਾ ਚਾਹੀਦਾ। ਉਹਦੇ ਲਈ ਬੇਸਿਕਲੀ ਦੇਖੋ, ਸਾਨੂੰ ਸਾਰਿਆਂ ਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਜੇ ਕਿਤੇ ਸਰਕਾਰ ਕੋਲੋਂ ਕੋਈ ਗਲਤੀ ਵੀ ਹੁੰਦੀ ਆ ਤੇ ਉਹਨੂੰ ਮੰਨ ਕੇ ਗਾਂਹ ਤੁਰਨ ਦੀ ਜ਼ਰੂਰਤ ਹੁੰਦੀ ਆ। ਉਹੀ ਅਗੇਨ ਉੱਥੇ ਆ ਜਾਂਦੀ ਹੈ ਵੀ ਜਦੋਂ ਸਾਡੀ ਐਡਮਿਨਿਸਟ੍ਰੇਸ਼ਨ, ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਆ, ਜਦੋਂ ਜਿਹੜਾ ਲਾਸਟ ਬੰਦਾ ਜਿਹਦੇ ਤੱਕ ਉਹ ਚੀਜ਼ ਪਹੁੰਚਣੀ ਚਾਹੀਦੀ ਆ ਉਹ ਇਨ ਬਿਟਵੀਨ ਰਹਿ ਜਾਂਦੀ ਆ, ਤਾਂ ਫਿਰ ਕਿਤੇ ਨਾ ਕਿਤੇ ਗਰਾਊਂਡ ਲੈਵਲ ਤੇ ਰਿਜ਼ੈਂਟਮੈਂਟ ਆਉਂਦੀ ਹੈਗੀ ਆ। ਤੁਸੀਂ ਇਸ ਮਸਲੇ ਦਾ ਕੀ ਹੱਲ ਦੇਖ ਰਹੇ ਹੋ? ਇਹ ਤੇ ਲੰਬਾ ਖਿੱਚ ਗਿਆ, ਹੁਣ ਨਾ ਕਿਸਾਨ ਪਿੱਛੇ ਹਟਣ ਨੂੰ ਤਿਆਰ ਹੈ, ਨਾ ਸੈਂਟਰ ਗਵਰਨਮੈਂਟ ਕਾਨੂੰਨ ਵਾਪਸ ਲੈਣ ਨੂੰ ਤਿਆਰ ਹੈ। ਸਾਰਾ ਪੰਜਾਬ ਉੱਥੇ ਬੈਠਾ ਸਿੰਘੂ ਦੇ ਟਿਕਰੀ ਬਾਰਡਰ। ਦੇਖੋ ਮੈਨੂੰ ਲੱਗਦਾ, ਦੇਖੋ ਹੁਣ ਵੀ ਜਿਹੜਾ ਆ ਸਾਨੂੰ ਦੁਬਾਰਾ ਜਿਹੜਾ ਡਿਸਕਸ ਕਰਕੇ ਜੇ ਵਿਨ ਵਿਨ ਸਿਚੁਏਸ਼ਨ ਉਹਦੇ ਲਈ, ਦੇਖੋ ਐਂਡ ਆਫ ਦਾ ਡੇ ਜੇ ਵਿਨ ਵਿਨ ਸਿਚੁਏਸ਼ਨ ਸਾਰਿਆਂ ਲਈ ਹੋ ਜਾਂਦੀ ਆ, ਮਤਲਬ ਇਹਨੂੰ ਪੋਲੀਟੀਕਲ ਐਂਗਲ ਨੂੰ ਛੱਡੀਏ ਵੀ ਪੋਲੀਟੀਕਲ ਐਂਗਲ ਕਿਹਦਾ ਕੀ ਹੈ। ਸੋ ਮੈਨੂੰ ਲੱਗਦਾ ਕਿ ਸਾਨੂੰ ਜਿਹੜੀ MSP ਅਸ਼ੋਰਡ ਹੋ ਜਾਂਦੀ ਹੈਗੀ ਆ, APMC ਅਸ਼ੋਰਡ ਹੋ ਜਾਂਦੀ ਹੈਗੀ ਆ ਵੀ ਹਾਂ ਵੀ ਅਸੀਂ ਇੱਕ ਦਾਣਾ ਜਿਹੜਾ ਲਿਫਟ ਕਰਾਂਗੇ, ਜੋ ਪੰਜਾਬ ਦਾ ਇਸ ਕਾਨੂੰਨਾਂ ਤੋਂ ਪਹਿਲਾਂ ਬੇਸਿਕਲੀ ਜੋ ਮੈਕੈਨਿਜ਼ਮ ਸੀਗਾ, ਜੇ ਉਹ ਅਸ਼ੋਰਡ ਹੋ ਜਾਂਦਾ ਤਾਂ ਫਿਰ ਸਾਨੂੰ ਉਹਦੇ ਤੇ। ਪ੍ਰਗਟ ਜੀ, ਹੁਣ ਫਾਰਮਰਸ ਦੀ ਔਰ ਸੈਂਟਰ ਗਵਰਨਮੈਂਟ ਦੀ ਗੱਲ ਖੜੀ ਹੈ, ਪੰਜਾਬ ਗਵਰਨਮੈਂਟ ਕਿਉਂ ਬ੍ਰਿਜ ਨਹੀਂ ਬਣਦੀ? ਕਿਉਂ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਨੂੰ ਜਾ ਕੇ ਮਿਲ ਕੇ
ਚੀਫ ਮਿਨਿਸਟਰ ਜਾਂ ਤੁਸੀਂ ਐਮਐਲਏਜ਼ ਲੋਕ ਉਹਨਾਂ ਦੇ ਨਾਲ ਜਾ ਕੇ ਜੇ ਤੁਸੀਂ ਰਾਜ ਭਵਨ ਜਾ ਸਕਦੇ ਹੋ, ਤੁਸੀਂ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੇ? ਕਿਉਂ ਗੱਲ ਸ਼ੁਰੂ ਨਹੀਂ ਕਰਵਾਉਂਦੇ ਦੁਬਾਰਾ? ਨਹੀਂ, ਮੈਂ ਤਾਂ ਦੇਖੋ ਜਿਸ ਲੈਵਲ ਤੇ ਵੀ ਜਿਸ ਪਲੇਟਫਾਰਮ ਤੇ ਵੀ, ਚਾਹੇ ਕਿਤੇ ਜਥੇਬੰਦੀਆਂ ਨਾਲ ਗੱਲ ਕਰਾਂ, ਚਾਹੇ ਕੋਈ ਮਾੜਾ ਮੋਟਾ ਜੇ ਕਿਤੇ ਕਿਸੇ ਨਾਲ ਦਿੱਲੀ ਵੀ ਹੁੰਦੀ ਆ, ਕੋਈ ਤੁਹਾਡੇ ਵਰਗੇ ਚੰਗੇ ਕੋਈ ਦੋਸਤ ਹੁੰਦੇ ਆ, ਉਹਨਾਂ ਨੂੰ ਜਿੱਥੇ ਵੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਚਲੋ ਯਾਰ ਇਹਨੂੰ ਬੇਸਿਕਲੀ ਦੇਖੋ, એનર્ਜੀ ਚਾਹੇ ਪੰਜਾਬ ਦੀ ਖਰਾਬ ਹੋ ਰਹੀ ਆ, ਚਾਹੇ ਦਿੱਲੀ ਦੀ ਖਰਾਬ ਹੋ ਰਹੀ ਆ, ਐਂਡ ਆਫ ਦਾ ਡੇ ਤੇ ਸਾਡੀ ਨੈਗੇਟਿਵ એનર્ਜੀ ਲੱਗ ਰਹੀ ਆ ਇਨਸਟੈਡ ਆਫ ਪੋਜ਼ਿਟਿਵ એનર્ਜੀ। ਅੱਜ ਵੀ ਵਿਧਾਨ ਸਭਾ 'ਚ ਇਹ ਮਤਾ ਪਾਸ ਹੋਇਆ ਕਿ ਜੋ ਵੀ ਇਹ ਕਾਨੂੰਨ ਹੈ ਇਹ ਪੰਜਾਬ 'ਚ ਇੰਪਲੀਮੈਂਟ ਨਹੀਂ ਹੋਣਗੇ। ਮੈਂ ਇਹ ਕਹਿਣਾ ਹੈ ਕਿ ਤੁਸੀਂ ਵਿਧਾਨ ਸਭਾ 'ਚ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਜਿਹੜਾ ਫਾਰਮਰ ਬੈਠਾ ਹੈ ਅਸੀਂ ਉਹਦੀ ਗੱਲ ਕਿਉਂ ਜਾ ਕੇ ਕੇਂਦਰ ਸਰਕਾਰ ਨਹੀਂ ਕਰਦੇ, ਉਹਨਾਂ ਨਾਲ ਕਿਉਂ ਦੁਬਾਰਾ ਅਸੀਂ ਇਹ ਗੱਲ ਸ਼ੁਰੂ ਨਹੀਂ ਕਰਵਾਉਂਦੇ? ਤੁਸੀਂ ਵਿਧਾਨ ਸਭਾ 'ਚ ਇਹ ਗੱਲ ਕਿਉਂ ਨਹੀਂ ਕਹਿੰਦੇ? ਮਤੇ ਤਾਂ ਪਾਸ ਹੋ ਜਾਂਦੇ ਹੈ, ਲੇਕਿਨ ਗੱਲਬਾਤ ਸ਼ੁਰੂ ਕਰਵਾ ਕੇ ਗੱਲ ਨੂੰ ਕਿਸ ਤਰ੍ਹਾਂ ਇੱਕ ਸਿੱਟੇ ਤੱਕ ਪਹੁੰਚਾਉਣਾ, ਇਹ ਵਿਧਾਨ ਸਭਾ 'ਚ ਕਿਉਂ ਨਹੀਂ ਗੱਲ ਹੁੰਦੀ? ਨਹੀਂ, ਇਹ ਵਿਧਾਨ ਸਭਾ ਦੇ ਵਿੱਚ ਵੀ ਦੇਖੋ ਇੰਡੀਵਿਜੂਅਲ ਕੁਝ ਮੈਂਬਰਾਂ ਨੇ ਜਾਂ ਅਦਰਵਾਈਜ਼ ਵੀ ਇਨ ਜਨਰਲ ਵੀ ਡਿਸਕਸ਼ਨ ਤਾਂ ਹੋਈ ਆ, ਬਟ ਐਟ ਦਾ ਸੇਮ ਟਾਈਮ ਇਹ ਗੱਲ ਠੀਕ ਹੈਗੀ ਆ ਵੀ ਸਰਕਾਰ ਨੂੰ ਇਨੀਸ਼ੀਏਟਿਵ ਲੈ ਕੇ ਇਹਨਾਂ ਦੇ ਵਿੱਚ ਬ੍ਰਿਜ ਬਣ ਕੇ ਕਿਤੇ ਨਾ ਕਿਤੇ ਗੱਲ ਨੂੰ ਨੇੜੇ ਹੋਰ ਲੈ ਕੇ ਆਉਣਾ ਚਾਹੀਦਾ। ਤੁਸੀਂ ਕਿਸਾਨਾਂ ਨੂੰ ਆਪਣੇ ਹਾਲ ਤੇ ਨਹੀਂ ਛੱਡ ਸਕਦੇ ਨਾ? ਨਹੀਂ ਛੱਡ ਸਕਦੇ ਕਿਉਂਕਿ ਅਲਟੀਮੇਟਲੀ ਐਗਰੀਰੀਅਨ ਸਟੇਟ ਹੈਗੀ ਆ। ਐਗਰੀਰੀਅਨ ਸਟੇਟ ਹੋਣ ਕਰਕੇ ਸਾਡਾ ਤਾਂ ਦਾਰੋਮਦਾਰ ਹੀ ਐਗਰੀਕਲਚਰ ਤੇ ਹੈ। ਅਗਲੇ ਸਾਲ ਤੁਸੀਂ ਵੋਟ ਲੈਣ ਜਾਓਗੇ ਤੇ ਪੁੱਛਣਗੇ ਕਿ ਅਸੀਂ ਸਿੰਘੂ ਬੈਠੇ ਹਾਂ, ਤੁਸੀਂ ਸਾਡੇ ਲਈ ਕੀ ਕੀਤਾ? ਨਹੀਂ, ਡੈਫੀਨੇਟਲੀ, ਲੇਕਿਨ ਦੇਖੋ ਅਦਰਵਾਈਜ਼ ਦੇਖੋ ਮੰਨ ਲਓ ਸਪੋਜ਼ ਮੈਂ ਇੰਡੀਵਿਜੂਅਲ ਹੈ, ਚਲ ਮੈਂ ਆਪਣੇ ਹਲਕੇ ਤੋਂ ਜੋ ਕਰ ਸਕਦਾ ਹੈਗਾ, ਕਿਉਂਕਿ ਅਲਟੀਮੇਟਲੀ ਇਸ ਪਾਰਟੀ ਤੋਂ ਇਲਾਵਾ, ਇਸ ਐਮਐਲਏ ਤੋਂ ਇਲਾਵਾ ਅਸੀਂ ਕਿਸਾਨ ਵੀ ਤਾਂ ਹੈਗੇ ਆ ਨਾ, ਕਿਉਂਕਿ ਅਸੀਂ ਵੀ, ਮੈਂ ਤਾਂ ਇੱਕ ਬਹੁਤ ਮਾਰਜਨਲ ਕਿਸਾਨ ਦਾ ਬੇਟਾ ਹੈਗਾ, ਸੋ ਇਸ ਕਰਕੇ ਸਾਨੂੰ ਫੀਲਿੰਗ ਹੈਗੀ, ਉਸ ਫੀਲਿੰਗ ਦੇ ਨਾਲ ਅਸੀਂ ਕੰਮ ਵੀ ਕਰਦੇ ਹੈਗੇ ਆ। ਇਹ ਠੀਕ ਹੈ ਵੀ ਇਹ ਸਰਕਾਰ ਨੂੰ ਬ੍ਰਿਜ ਬਣ ਕੇ ਤਾਂ ਕਿਤੇ ਨਾ ਕਿਤੇ ਦੁਬਾਰਾ ਗੱਲ ਸਟਾਰਟ ਕਰਾ ਕੇ ਤਾਂ ਇਹਦਾ ਕੋਈ ਨਾ ਕੋਈ ਸਿੱਟਾ ਜ਼ਰੂਰ ਕਢਵਾਉਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਨੇ 24 ਘੰਟੇ ਪਹਿਲਾਂ ਕਿਹਾ ਕਿ ਐਮਐਸਪੀ ਤੇ ਅਸੀਂ ਸੈਂਟਰ ਤੇ ਡਿਪੈਂਡ ਨਾ ਰਹੀਏ। ਐਮਐਸਪੀ ਚਾਹੇ ਧਾਨ ਹੈਗਾ, ਚਾਹੇ ਫਿਰ ਉਹ ਕਣਕ ਹੈਗੀ, ਉਸ ਤੋਂ ਇਲਾਵਾ ਜਿਹੜੀਆਂ ਬਾਕੀ ਫਸਲਾਂ ਵੀ ਹੁੰਦੀਆਂ ਉਹਨਾਂ ਤੇ ਸਟੇਟ ਗਵਰਨਮੈਂਟ ਐਮਐਸਪੀ ਦੇਵੇ। ਇਹ ਪੋਸੀਬਲ ਹੈ? ਇਹਦੇ ਤੇ ਬੇਸਿਕਲੀ ਤਾਂ ਮੈਨੂੰ ਲੱਗਦਾ ਕੋਈ ਐਕਸਪਰਟ ਕਮੇਟੀ ਬਣਾ ਕੇ ਜੇ ਉਹਦੀ ਕੋਈ ਪੋਸੀਬਿਲਿਟੀ ਹੈਗੀ ਆ, ਕਿਉਂਕਿ ਐਂਡ ਆਫ ਦਾ ਡੇ ਤਾਂ ਫਾਈਨੈਂਸ਼ੀਅਲ ਆਸਪੈਕਟ ਤਾਂ ਇਨਵੋਲਵ ਹੈਗਾ ਹੀ ਆ ਨਾ, ਤੇ ਅਸੀਂ ਜੋ ਸਾਡੀ ਆ ਅਰਨਿੰਗ ਹੈਗੀ ਆ, ਉਸ ਅਰਨਿੰਗ ਤੋਂ ਅਸੀਂ ਕੀ ਉਹ ਖਰੀਦ ਪਾਵਾਂਗੇ? ਜੇ ਖਰੀਦ ਪਾ ਕੇ ਉਹਦੀ ਡਿਵਰਸੀਫਿਕੇਸ਼ਨ ਲਈ, ਜਿੱਦਾਂ ਦਾਲਾਂ ਦੀ ਗੱਲ ਹੋਈ ਆ ਜਾਂ ਇਹਨਾਂ ਚੀਜ਼ਾਂ ਦੀ ਗੱਲ ਹੋਈ ਆ, ਵੀ ਤਾਂ ਕਿ ਡਿਵਰਸੀਫਿਕੇਸ਼ਨ ਵੀ ਹੋ ਜਾਊਗੀ ਤੇ ਸਾਡੀ ਨੀਡ ਵੀ ਪੂਰੀ ਹੋ ਜਾਊਗੀ। ਜਿਹੜੀ ਦਾਲਾਂ ਵਗੈਰਾ ਇੰਪੋਰਟ ਹੁੰਦੀਆਂ ਆ, ਉਹਦੀ ਜਿਹੜੀ ਅਸੀਂ ਮਹਿੰਗੇ ਮੁੱਲ ਤੇ ਲੈਂਦੇ, ਉਹ ਸਸਤੇ ਮੁੱਲ ਤੇ ਆਮ ਲੋਕਾਂ ਨੂੰ ਮਿਲਣ ਲੱਗ ਪੈਣਗੀਆਂ, ਤੇ ਉਹ ਕੰਜ਼ੰਪਸ਼ਨ ਜਿਹੜੀ ਆ, ਇਹ ਬੇਸਿਕਲੀ ਗੱਲ ਤਾਂ ਥੋੜੀ ਬਹੁਤੀ ਸਮਝ ਆਉਂਦੀ ਹੈਗੀ ਆ, ਬਟ ਇਹਦੇ ਤੇ ਜਿਸ ਡਿਪਾਰਟਮੈਂਟ ਨੇ ਉਹਨੂੰ ਐਗਜ਼ੀਕਿਊਟ ਕਰਨਾ, ਸਿਸਟਮ ਨੇ ਐਗਜ਼ੀਕਿਊਟ ਕਰਨਾ, ਉਹਨੂੰ ਰੈਡੀ ਕਰਨ ਦੀ ਵੀ ਜ਼ਰੂਰਤ ਹੈਗੀ ਆ, ਉਹਨੂੰ ਫੰਡਿੰਗ ਦੀ ਵੀ ਜ਼ਰੂਰਤ ਹੈਗੀ ਆ। ਸੋ ਇਹ ਸਾਰੇ ਚੀਜ਼ਾਂ ਦੀ ਜ਼ਰੂਰਤ ਤਾਂ ਹੈਗੀ ਆ, ਪਰ ਜੇ ਕੋਈ ਐਕਸਪਰਟ ਓਪੀਨੀਅਨ ਲੈ ਕੇ ਕੁਝ ਬੰਦਿਆਂ ਦਾ ਗਰੁੱਪ ਬਣਾ ਕੇ ਜਿਹੜੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਹੋਣ, ਤੇ ਉਹ ਵਰਕਿੰਗ ਗਰੁੱਪ ਬਣਾ ਕੇ, ਮੈਨੂੰ ਲੱਗਦਾ ਇਹਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈਗੀ ਆ। ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀਆਂ ਐਸੀਆਂ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਐਮਐਸਪੀ ਦਾ ਇੰਨਾ ਵੱਡਾ ਬਜਟ ਪੰਜਾਬ ਆਪਣੇ ਖਾਤੇ 'ਚੋਂ ਮੈਨੇਜ ਕਰ ਸਕਦਾ ਹੈ? ਨਹੀਂ, ਦੇਖੋ ਕੋਈ ਵੀ ਚੀਜ਼ਾਂ ਹੁੰਦੀਆਂ, ਦੇਖੋ ਇੱਕ ਲੌਂਗ ਟਰਮ ਤੇ ਸ਼ਾਰਟ ਟਰਮ ਜਿਹੜੇ ਆ ਬੇਸਿਕਲੀ ਸਰਕਾਰਾਂ ਦੇ ਵਿੱਚ ਹਮੇਸ਼ਾ ਹੀ ਕੰਮ ਕੀਤੇ ਜਾਂਦੇ ਆ। ਆਪਾਂ ਇਹਨੂੰ ਲੌਂਗ ਟਰਮ ਦੇ ਵਿੱਚ ਪਾ ਸਕਦੇ ਆ, ਸ਼ਾਰਟ ਟਰਮ ਦੇ ਵਿੱਚ ਜੋ ਕਿਉਂਕਿ ਅੱਜ ਨਹੀਂ ਕਰ ਸਕਦੇ। ਮੰਨ ਲਓ ਅਸੀਂ ਪਿਛਲੇ ਜੋ 72-73 ਸਾਲ ਦੇ ਵਿੱਚ ਕੀਤਾ ਹੈਗਾ, ਅੱਜ ਉਹਦਾ ਨਤੀਜਾ ਹੀ ਆ ਨਾ, ਤੇ ਇਹਨੂੰ ਵੀ ਸ਼ਾਰਟ ਟਰਮ ਤੇ ਲੌਂਗ ਟਰਮ ਦੇ ਵਿੱਚ ਪਾ ਕੇ ਜੇ ਅਸੀਂ ਦੇਖੋ, ਇੱਕ ਗੱਲ ਤਾਂ ਬੜੀ ਕਲੀਅਰ ਹੈ ਵੀ ਸਾਨੂੰ ਝੋਨੇ ਤੋਂ ਡਿਵਰਸੀਫਾਈ ਤਾਂ ਕਰਨਾ ਪਊਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਪਾਣੀ ਦਾ ਲੈਵਲ ਹੈਗਾ ਉਹ ਜਿੰਨਾ ਹੋਣਾ ਚਾਹੀਦਾ ਸੀ ਉਨਾ ਨਹੀਂ ਹੈਗਾ। ਹੌਲੀ ਹੌਲੀ ਡਰਾਈ ਜ਼ੋਨ ਵੱਲ ਨੂੰ ਅਸੀਂ ਵੱਧ ਰਹੇ ਹਾਂ, ਪਰ ਉਹਦੇ ਲਈ ਐਗਰੀਕਲਚਰ ਡਿਪਾਰਟਮੈਂਟ ਨੂੰ ਐਫਰਟ ਤਾਂ ਕਰਨੇ ਪੈਣਗੇ ਨਾ। ਇਹ ਇੱਕ ਦਿਨ 'ਚ ਤਾਂ ਪੋਸੀਬਲ ਨਹੀਂ ਹੈ। ਇਹਦੇ ਵਿੱਚ ਤਾਂ ਸਾਨੂੰ ਗਵਰਨਮੈਂਟ ਆਫ ਇੰਡੀਆ ਨੂੰ ਵੀ ਅਪਰੋਚ ਕਰਨੀ ਚਾਹੀਦੀ ਹੈ ਕਿ ਸਾਨੂੰ ਕੋਈ ਨਾ ਕੋਈ ਡਿਵਰਸੀਫਿਕੇਸ਼ਨ ਲਈ ਵੀ ਸਾਨੂੰ ਫੰਡ ਦਿਓ, ਕੁਛ ਅਸੀਂ ਫੰਡ ਜਨਰੇਟ ਕਰੀਏ, ਕਿਉਂਕਿ ਓਵਰਨਾਈਟ ਤਾਂ ਇਹ ਚੀਜ਼ਾਂ ਹੋਣੀਆਂ ਨਹੀਂ ਹੈ। ਅੱਛਾ, ਈਵਨ ਕਿ ਸਾਨੂੰ ਤਾਂ ਸਟਰੋਂਗ ਜਿਹੜੀ ਕੋਆਪਰੇਟਿਵ ਖੇਤੀ ਆ ਉਹਦੀ ਵੀ ਜ਼ਰੂਰਤ ਹੈਗੀ ਆ, ਕਿਉਂਕਿ ਸਾਡਾ ਕਿਸਾਨ ਜਿਹੜਾ ਕਰਜ਼ਾਈ ਕਿਉਂ ਹੈਗਾ, ਕਿਉਂਕਿ ਜੇ 2 ਏਕੜਾਂ ਵਾਲਾ 5 ਏਕੜਾਂ ਵਾਲਾ ਵੀ ਜਿਹੜਾ ਟਰੈਕਟਰ ਰੱਖੂਗਾ ਜਾਂ ਅਪਲਾਇੰਸਿਸ ਰੱਖੂਗਾ, ਉਹਦੀ ਵਾਇਬਿਲਿਟੀ ਨਹੀਂ ਬਣਦੀ ਹੈਗੀ। ਸੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਨੂੰ ਇਨਕਰੇਜ ਕਰਨ ਦੀ ਜ਼ਰੂਰਤ ਹੈ। ਪਰ ਮੈਂ ਅਗੇਨ ਕਹਿੰਦਾ ਕਿ ਹਾਂ ਵੀ ਜਿਹੜਾ ਇਸ ਫੀਲਡ ਦੇ ਐਕਸਪਰਟਸ ਹੈਗੇ, ਉਹਦਾ ਗਰੁੱਪ ਬਣਾ ਕੇ, ਵਰਕਿੰਗ ਗਰੁੱਪ ਬਣਾ ਕੇ, ਉਹਨੂੰ ਸਾਨੂੰ ਬੇਸਿਕਲੀ ਗੋ ਹੈਡ ਦੇਣੀ ਚਾਹੀਦੀ ਆ ਵੀ ਤਾਂ ਕਿ ਤੁਸੀਂ ਸ਼ਾਰਟ ਟਰਮ ਦੇਖੋ ਕੀ ਕਰ ਸਕਦੇ ਆ ਤੇ ਆਪਾਂ ਨੂੰ ਲੌਂਗ ਟਰਮ ਤੇ ਕੀ ਕਰਦੇ। ਲੇਕਿਨ ਤੁਹਾਡੇ ਕੋਲ ਇੱਕ ਸਮਾਂ ਸੀ, 1-1.5-2 ਸਾਲ ਦਾ ਸਮਾਂ ਸੀ, ਤੁਸੀਂ ਇਹ ਕੰਮ ਕਰ ਸਕਦੇ ਸੀ। ਇੱਕ ਕਮੇਟੀ ਕੈਪਟਨ ਸਾਹਿਬ ਨੇ ਬਣਾਈ ਵੀ ਸੀ, ਉਸ ਕਮੇਟੀ ਦੀਆਂ ਕੋਵਿਡ ਦੇ ਦੌਰਾਨ ਰਿਕਮੈਂਡੇਸ਼ਨਸ ਵੀ ਆਈਆਂ ਕਿ ਫਾਈਨੈਂਸ਼ੀਅਲ ਸਟੇਟਸ ਨੂੰ ਕਿਵੇਂ ਅਪ ਕਰਨਾ ਹੈ।
ਨਤੀਜਾ ਕੁਝ ਨਹੀਂ ਨਿਕਲਿਆ। ਦੇਖੋ ਇਹ ਤਾਂ ਹੁਣ ਵਰਕਿੰਗ ਤੇ ਡਿਪੈਂਡ ਕਰਦਾ ਨਾ। ਮੈਂ ਤਾਂ ਇਹ ਕਹਿੰਦਾ ਕਿ ਦੇਖੋ ਹਰ ਮਿਨਿਸਟਰੀਜ਼ ਦੇ ਨਾਲ ਐਕਸਪਰਟ ਕਮੇਟੀਆਂ ਹੋਣੀਆਂ ਚਾਹੀਦੀਆਂ। ਦੇਖੋ ਮੰਨ ਲਓ ਕੋਈ ਵੀ ਬੰਦਾ ਹਰ ਚੀਜ਼ ਦਾ ਮਾਸਟਰ ਨਹੀਂ ਹੋ ਸਕਦਾ। ਅੱਛਾ ਈਵਨ ਬਿਊਰੋਕਰੈਟ ਵੀ ਜਿਹੜਾ ਉਹਦੇ ਹੋ ਸਕਦਾ 2-3 ਸਬਜੈਕਟ ਦਾ ਉਹ ਮਾਸਟਰ ਹੋਵੇ। ਅਲਟੀਮੇਟਲੀ ਹੀ ਇਜ਼ ਅ ਮੈਨੇਜਰ, ਹੀ ਹੈਜ਼ ਟੂ ਕੋਆਰਡੀਨੇਟ ਅਮੰਗਸ ਮੈਨੀ ਥਿੰਗਸ ਕਿ ਹਾਂ ਵੀ ਉਹਦਾ ਡਿਪਾਰਟਮੈਂਟ ਜਿਹੜਾ ਆ ਬੈਟਰ ਜਿਹੜਾ ਉਹਦੀ ਐਗਜ਼ੀਕਿਊਸ਼ਨ ਹੋ ਜਾਵੇ। ਸੋ ਵਾਈ ਨਾਟ ਅਸੀਂ ਹੌਲੀ ਹੌਲੀ ਜਿਹੜੇ ਐਕਸਪਰਟ ਬੰਦੇ ਹੈਗੇ ਆ ਉਹਨਾਂ ਨੂੰ ਸਿਸਟਮ ਦੇ ਵਿੱਚੋਂ ਆਲਮੋਸਟ ਬਾਹਰ ਕੱਢ ਦਿੱਤਾ ਤੇ ਉਹਦਾ ਨਤੀਜਾ ਇਹ ਹੁੰਦਾ ਵੀ ਜਦੋਂ ਅਸੀਂ ਕੋਈ ਡਿਸੀਜਨ ਲੈ ਲੈਂਦੇ ਕਿਉਂਕਿ ਉਹ ਡਿਸੀਜਨ ਜਿਹੜਾ ਆ ਉਹ 3 ਲੱਖ ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈਗਾ। ਪ੍ਰਗਟ ਜੀ ਤੁਸੀਂ ਇੱਕ ਫੈਸਲਾ ਲਿਆ ਸੀ ਤੁਹਾਡੀ ਪਾਰਟੀ ਨੇ ਕਿ ਅਮੈਂਡਮੈਂਟ ਕਰ ਦਿੱਤੀਆਂ ਜਾਣੇ, ਮਤਾ ਪਾਸ ਕਰਕੇ ਤੁਸੀਂ ਗਵਰਨਰ ਨੂੰ ਦੇ ਆਏ। ਮੇਰੀ ਕਿਸਾਨ ਲੀਡਰਾਂ ਨਾਲ ਗੱਲ ਹੋਈ, ਕਿਸਾਨ ਲੀਡਰ ਇਸ ਮਤੇ ਤੋਂ ਸਹਿਮਤ ਨਹੀਂ ਹੈ। ਉਹ ਕਹਿੰਦੇ ਆ ਤੁਸੀਂ ਅਮੈਂਡਮੈਂਟ ਦਾ ਪ੍ਰਸਤਾਵ ਪਾਸ ਕਰਕੇ ਉਹਨਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਐਕਸੈਪਟ ਕਰ ਲਿਆ, ਸਵੀਕਾਰ ਕਰ ਲਿਆ ਤੇ ਉਹ ਇਹ ਐਕਸਪੈਕਟ ਨਹੀਂ ਕਰ ਰਹੇ ਸੀ ਪੰਜਾਬ ਸਰਕਾਰ ਤੋਂ। ਦੇਖੋ ਵੈਸੇ ਤਾਂ ਉਹਨਾਂ ਦੀ ਓਪੀਨੀਅਨ ਵੀ ਇਹਦੇ ਵਿੱਚ ਲਈ ਗਈ ਹੈਗੀ ਆ। ਉਹ ਕਹਿੰਦੇ ਸਾਨੂੰ ਵਿੱਚ ਹੀ ਨਹੀਂ ਰੱਖਿਆ ਗਿਆ, ਸਾਨੂੰ ਬੁਲਾਇਆ ਜ਼ਰੂਰ ਗਿਆ, ਲੇਕਿਨ ਅਮੈਂਡਮੈਂਟ 'ਚ ਬਲਬੀਰ ਸਿੰਘ ਰਾਜੇਵਾਲ ਨਾਲ ਮੇਰੀ ਆਪ ਗੱਲ ਹੋਈ ਹੈ। ਜੋ ਸਾਨੂੰ ਬੇਸਿਕਲੀ ਵਿਧਾਨ ਸਭਾ ਦੇ ਵਿੱਚ ਜਾਂ ਅਦਰਵਾਈਜ਼ ਆਫ ਦੀ ਰਿਕਾਰਡ ਪਤਾ ਲੱਗਿਆ ਕਿ ਉਹਨਾਂ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਸੀ, ਉਹਨਾਂ ਦੇ ਜਿਹੜੇ ਵਕੀਲ ਹੈਗੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਵੀ ਤਾਂ ਕਿ ਉਹਨਾਂ ਦੀ ਐਕਸਪਰਟ ਓਪੀਨੀਅਨ ਵੀ ਜਿਹੜੀ ਵਿੱਚ ਪਾ ਲਈ ਜਾਵੇ। ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਕਿੰਨਾ ਕੁ ਪ੍ਰੈਕਟੀਕਲ ਲੈਵਲ ਤੇ ਬਲਬੀਰ ਰਾਜੇਵਾਲ ਨੇ ਨਖੇਦੀ ਕੀਤੀ ਜੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਅਮੈਂਡਮੈਂਟ ਕਰਨਾ, ਅਮੈਂਡਮੈਂਟ ਕਰਕੇ ਮਤਾ ਪਾਣਾ ਮਤਲਬ ਉਹਨਾਂ ਕਾਨੂੰਨਾਂ ਨੂੰ ਸਵੀਕਾਰ ਕਰਨਾ। ਨਹੀਂ ਦੇਖੋ ਉਹਦੇ ਵਿੱਚ ਤਾਂ ਹੁਣ ਵੀ ਚੇਂਜਸ ਲਿਆਂਦੀਆਂ ਜਾ ਸਕਦੀਆਂ। ਜੇ ਮੈਂ ਜਿਹੜੀ ਗੱਲ ਮੈਨੂੰ ਲੱਗਦਾ ਮੈਨੂੰ ਨਹੀਂ ਪਤਾ, ਮੈਨੂੰ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਐਕਸਪਰਟ ਬੰਦੇ ਹੈਗੇ, ਐਕਸਪਰਟ ਕਿਉਂ ਰੱਖੇ ਜਾਂਦੇ ਆ ਤਾਂ ਕਿ ਉਹਨਾਂ ਨੂੰ ਉਸ ਫੀਲਡ ਦਾ ਬਹੁਤ ਡੀਪ ਤੱਕ ਤਜਰਬਾ ਹੈਗਾ ਕਿ ਇਹਦੇ ਅਲਟੀਮੇਟਲੀ ਇਫੈਕਟਸ ਜਿਹੜੇ ਉਹ ਕੀ ਹੋਣਗੇ। ਅੱਛਾ ਤੁਸੀਂ ਇੱਕ ਗੱਲ ਦੱਸੋ ਮੈਨੂੰ, ਤੁਸੀਂ ਸਾਰੇ ਐਮਐਲਏ ਇਕੱਠੇ ਹੋ ਕੇ ਤੁਸੀਂ ਚੀਫ ਮਿਨਿਸਟਰ ਨਾਲ ਇਹ ਗੱਲ ਕਿਉਂ ਨਹੀਂ ਕਰਦੇ ਕਿ ਜਿਹੜਾ ਪੰਜਾਬ ਦਿੱਲੀ ਦੇ ਬਾਰਡਰ ਤੇ ਬੈਠਾ ਹੈ ਇਹਨੂੰ ਵਾਪਸ ਪੰਜਾਬ ਕਿਵੇਂ ਬੁਲਾਉਣਾ ਹੈ? ਐਕਚੁਅਲੀ ਪੰਜਾਬੀਆਂ ਦੀ ਆਦਤ ਪਤਾ ਕੀ ਆ, ਚਾਚੇ ਤਾਏ ਦੀ ਕਾਹਦੀ ਲੜਾਈ ਆ, ਕਿਉਂਕਿ ਚਾਚਾ ਖੱਬੇ ਨੂੰ ਤਾਇਆ ਸੱਜੇ ਨੂੰ। ਮੈਂ ਕਿਉਂ ਕਿਹਾ ਵੀ ਇੰਟਰਨਲ ਪੋਲੀਟੀਕਲ ਸਿਸਟਮ ਦੇ ਵਿੱਚ ਪ੍ਰੋਬਲਮਸ ਹੈਗੀਆਂ, ਕਿਉਂ ਕਿਹਾ? ਕਿਉਂਕਿ ਬੰਦੇ ਬੇਸਿਕਲੀ ਪਤਾ ਨਹੀਂ ਕਿਉਂ ਇਸ ਗੱਲ ਨੂੰ ਝਿਜਕਦੇ ਹੈਗੇ ਵੀ ਅਸੀਂ ਇਕੱਠੇ ਹੋ ਕੇ ਚਲੇ ਜਾਵਾਂਗੇ ਤਾਂ ਪਤਾ ਨਹੀਂ ਵੀ ਸਾਨੂੰ ਕੀ ਹੋ ਜਾਊਗਾ। ਯਾਰ ਕੀ ਹੋ ਜਾਊਗਾ? ਐਂਡ ਆਫ ਦਾ ਡੇ ਵੀ ਆਰ ਅ ਟੀਮ। ਯਾਨੀ ਕਾਂਗਰਸ 'ਚ ਇੱਕ ਰਾਏ ਨਹੀਂ ਹੈ। ਦੇਖੋ ਰਾਏ ਕਿਵੇਂ ਕਿਸਾਨ ਪ੍ਰੋਟੈਸਟ ਦੀ ਮਦਦ ਕਰਕੇ ਇਹਨੂੰ ਖਤਮ ਕਰਾਈ? ਤੁਸੀਂ 10 ਬੰਦਿਆਂ ਨਾਲ ਆਫ ਦੀ ਰਿਕਾਰਡ ਗੱਲ ਕਰ ਲਓ ਤੇ ਰਾਏ ਸਹਿਮਤ ਬਣ ਜਾਂਦੀ ਆ, ਲੇਕਿਨ ਕੋਈ ਕਹਿਣ ਨੂੰ ਇਸ ਗੱਲ ਨੂੰ ਤਿਆਰ ਨਹੀਂ ਹੁੰਦਾ। ਚੀਫ ਮਿਨਿਸਟਰ ਕੋਲ ਜਾ ਕੇ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਹੈਗਾ। ਕਿ ਡਰਦੇ ਹੋ ਉਹਨਾਂ ਤੋਂ ਗੱਲ ਕਰਨ ਤੋਂ ਜਾਂ ਨਾਰਾਜ਼ਗੀ ਤੋਂ ਡਰਦੇ ਹੋ? ਨਹੀਂ ਮੈਨੂੰ ਲੱਗਦਾ ਨਾਰਾਜ਼ਗੀ ਤੋਂ ਡਰਦੇ ਆ ਕਿਉਂਕਿ ਉਹ ਜਿਹੜੀ ਜ਼ਹਿਨ ਦੇ ਵਿੱਚ ਲੇਕਿਨ ਹੋ ਸਕਦਾ ਹੈ ਕਿ ਚੀਫ ਮਿਨਿਸਟਰ ਤੇ ਤੁਹਾਡਾ ਸ਼ੁਕਰੀਆ ਅਦਾ ਕਰਨ ਕਿ ਯਾਰ ਚੰਗਾ ਹੋਇਆ ਤੁਸੀਂ ਆ ਕੇ ਗੱਲ ਕਹੀ, ਮੈਂ ਸੋਚ ਰਿਹਾ ਸੀ। ਹਾਂ ਮੇਰਾ ਖਿਆਲ ਹੈ ਵੀ ਮੈਨੂੰ ਲੱਗਦਾ ਗੱਲ ਕਹਿਣੀ ਚਾਹੀਦੀ ਆ ਕਿਉਂਕਿ ਅਗਰ ਇੱਕ ਚੀਫ ਮਿਨਿਸਟਰ ਹੋਮ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਦਾ ਹੈ ਕਿ ਆਪਾਂ ਐਡਰੈਸ ਕਰੀਏ, ਦੁਬਾਰਾ ਗੱਲਬਾਤ ਸ਼ੁਰੂ ਕਰਵਾਈਏ ਤੇ ਇਹ ਇਨੀਸ਼ੀਏਟਿਵ ਲੈਣਾ ਚਾਹੀਦਾ। ਇਹਦੇ 'ਚ ਡਰਨ ਦੀ ਕੀ ਗੱਲ? ਦੇਖੋ ਕੈਪਟਨ ਅਮਰਿੰਦਰ ਸਿੰਘ 'ਚ ਇਹ ਚੰਗੀਆਂ ਚੀਜ਼ਾਂ ਤਾਂ ਹੈਗੀਆਂ ਵੀ ਹਾਂ ਵੀ ਉਹ, ਕਿਉਂਕਿ ਮੈਂ ਤਾਂ ਜਿੰਨੀ ਵਾਰੀ ਵੀ ਗੱਲ ਕੀਤੀ ਹੈਗੀ ਆ ਮੇਰਾ ਖਿਆਲ ਹੈ ਗੱਲ ਸੁਣੀ ਆ, ਹੋਈ ਨਹੀਂ ਹੋਈ ਉਹ ਇੱਕ ਅਲੱਗ ਗੱਲ ਹੈ, ਬਟ ਮੈਨੂੰ ਲੱਗਦਾ ਕਿ ਗੱਲ ਸੁਣਨ ਦੇ ਵਿੱਚ ਤਾਂ, ਗੱਲ ਕਹਿਣ ਦੇ ਵਿੱਚ ਤਾਂ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਬਟ ਮੋਸਟ ਆਫ ਦਾ ਐਮਐਲਏਸ ਮਤਲਬ ਮੈਂ ਕਹਾਂ ਕਿ ਹੈਗੇ ਆ ਕੁਛ ਲੱਤਾਂ ਜਾਣ ਨਹੀਂ, ਪਤਾ ਨਹੀਂ ਹੁਣ ਕਿਉਂ ਇਦਾਂ ਦੀ ਸੋਚ ਰੱਖਦੇ ਹੈਗੇ ਆ। ਇਹ ਤੁਸੀਂ ਫੀਲ ਕਰਦੇ ਹੋ ਪਾਰਟੀ 'ਚ? ਮੈਂ ਕਦੀ ਫੀਲ ਕਰਦਾ ਹੈਗਾ। ਪਹਿਲਾਂ ਅਕਾਲੀ ਦਲ 'ਚ ਸੀ, ਉੱਥੇ ਵੀ ਇਸ ਤਰ੍ਹਾਂ ਦੀ ਉੱਥੇ ਵੀ ਇਦਾਂ ਦੀ ਗੱਲ ਹੀ ਸੀਗੀ, ਉੱਥੇ ਵੀ ਇਦਾਂ ਦੀ ਗੱਲ ਹੀ ਸੀਗੀ। ਪ੍ਰਗਟ ਜੀ ਆਖਰੀ ਸਵਾਲ, ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਦੇ ਅੱਗੇ ਸੈਂਟਰ ਸਰਕਾਰ ਆਪਣਾ ਖੇਤੀਬਾੜੀ ਕਾਨੂੰਨ ਰੱਦ ਕਰਨ ਦਾ ਫੈਸਲਾ ਲਵੇਗੀ ਜਾਂ ਨਹੀਂ? ਹਾਲੇ ਤੱਕ ਦੇ ਹਾਲਾਤ ਕੀ ਲੱਗਦੇ? ਦੇਖੋ ਮੈਨੂੰ ਲਿੰਗਰ ਆਨ ਕਰਦੀ ਲੱਗਦੀ ਆ, ਰਿਐਲਿਟੀ ਇਹ ਆ ਸਰਕਾਰਾਂ ਨੂੰ ਔਰ ਜਿਹੜਾ ਸਰਕਾਰਾਂ ਦਾ ਤੰਤਰ ਹੁੰਦਾ ਨਾ, ਇਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹਨੂੰ ਹੁਣ ਲਿੰਗਰ ਆਨ ਕਰ ਲਓ, ਹੌਲੀ ਹੌਲੀ ਜਿਹੜਾ ਬੰਦਿਆਂ ਦਾ ਜੋਸ਼ ਘਟ ਜਾਵੇ, ਹੌਲੀ ਹੌਲੀ ਸਿਸਟਮ ਦੇ ਵਿੱਚ ਹੋਰ ਚੀਜ਼ਾਂ ਆ ਜਾਣ ਵੀ ਤਾਂ ਕਿ ਇਹਦਾ ਜਿਹੜਾ ਇੰਪੈਕਟ ਆ, ਚਾਹੇ ਉਹ ਪੋਲੀਟੀਕਲ ਇੰਪੈਕਟ ਹੋਵੇ ਚਾਹੇ ਅਦਰਵਾਈਜ਼ ਹੋਵੇ, ਉਹ ਹੌਲੀ ਹੌਲੀ ਘਟ ਜਾਵੇ। ਮੈਨੂੰ ਲੱਗਦਾ ਸਰਕਾਰ ਦਾ ਇਦਾਂ ਦਾ ਮੂਡ ਲੱਗ ਰਿਹਾ ਹੈਗਾ। ਬਟ ਦੇਖੋ ਮੈਂ ਅਗੇਨ ਇਸ ਗੱਲ ਲਈ ਫਰਮ ਬਲੀਵਰ ਹੈਗਾ ਕਿ ਇਮੀਡੀਏਟਲੀ ਇਹਨੂੰ ਸਸਪੈਂਡ ਕਰਕੇ 3 ਸਾਲ ਲਈ ਸਸਪੈਂਡ ਕਰ ਦਿਓ, 2.5 ਸਾਲ ਲਈ ਕਰ ਦਿਓ, 4 ਸਾਲ ਲਈ ਕਰ ਦਿਓ, ਐਕਸਪਰਟ ਕਮੇਟੀ ਬਣਾਓ, ਉਹ ਵਰਕਿੰਗ ਗਰੁੱਪ ਬਣਾਓ, ਵਰਕਿੰਗ ਗਰੁੱਪ ਬਣਾ ਕੇ ਉਹਦੀ ਡਿਵਰਸੀਫਿਕੇਸ਼ਨ ਵੀ ਕਰੋ। ਹੋ ਸਕਦਾ ਸਾਨੂੰ ਪੰਜਾਬੀਆਂ ਨੂੰ ਨਾ ਉਸ ਚੀਜ਼ ਦੀ ਜ਼ਰੂਰਤ ਪਵੇ ਵੀ ਹਾਂ ਵੀ ਜੇ ਸਾਡੀ ਜਿਹੜੀ ਐਰੋਪੋਨਿਕਸ ਐਗਰੀਕਲਚਰ ਹੈਗੀ ਆ, ਜੇ ਇਜ਼ਰਾਈਲ
ਇਜ਼ਰਾਈਲ ਪੰਜਾਬ ਜਿੱਡਾ ਆ 80 ਲੱਖ ਦੀ ਉਹਦੀ ਆਬਾਦੀ ਹੈਗੀ ਆ, ਜੇ ਉਹ ਇਹਦੇ ਤੋਂ ਇੰਨਾ ਪੈਸਾ ਕਮਾਉਂਦੇ ਆ। ਸਾਡੇ ਇੱਕ ਜਲੰਧਰ ਮੁੰਡੇ ਨੇ ਸਟਾਰਟ ਕੀਤੀ ਹੀ ਸੈਡ ਕਿ ਮੈਂ ਆਲਮੋਸਟ 1 ਏਕੜ ਦੇ ਵਿੱਚੋਂ 2.5 ਤੋਂ 3 ਲੱਖ ਰੁਪਈਆ ਕਮਾਉਣਾ ਹੈਗਾ। ਤੇ ਜੇ ਇਦਾਂ ਦੀ ਗੱਲ ਹੈਗੀ ਆ, ਮੈਂ ਹੁਣ ਲੇਟਲੀ ਮੈਨੂੰ ਉਹਨੇ ਦੱਸਿਆ, ਮੈਂ ਉਹਦੇ ਕੋਲ ਕਿਸੇ ਦਿਨ ਦੇਖਣ ਵੀ ਜਾਣਾ ਹੈਗਾ। ਅੱਛਾ, ਉਹਦੇ ਐਕਸਪਰਟ ਲੈ ਕੇ ਜੇ ਇਦਾਂ ਦੀ ਗੱਲ ਹੈਗੀ ਆ, ਅੱਛਾ ਪੰਜਾਬੀ ਮਿਹਨਤੀ ਵੀ ਹੈਗਾ, ਐਗਰੈਸਿਵ ਵੀ ਹੈਗਾ, ਤੇ ਜੇ ਇਦਾਂ ਦੀ ਗੱਲ ਹੋਵੇ ਤਾਂ ਫਿਰ ਸਾਨੂੰ ਪੰਜਾਬੀਆਂ ਨੂੰ ਅਵੇਅਰਨੈਸ ਕਰਨ ਦੀ ਲੋੜ ਹੈ, ਅਵੇਅਰਨੈਸ ਕਰਨ ਦੀ ਜ਼ਰੂਰਤ ਆ, ਉਹਨਾਂ ਨੂੰ ਗਾਈਡ ਕਰਨ ਦੀ ਜ਼ਰੂਰਤ ਆ, ਉਸ ਟੈਕਨੋਲੋਜੀ ਨਾਲ ਜੋੜਨ ਦੀ ਜ਼ਰੂਰਤ ਹੈਗੀ ਆ। ਇਹ ਚੀਜ਼ਾਂ ਸਾਰੀਆਂ ਨੂੰ ਦੇਖਣ ਦੀ ਜ਼ਰੂਰਤ ਹੈਗੀ ਆ, ਤਾਂ ਹੀ ਅਸੀਂ ਜਾ ਕੇ ਅੱਗੇ ਵਧਾਂਗੇ। ਮੈਂ ਕਿਉਂ ਬਾਰ-ਬਾਰ ਕਹਿਣਾ ਕਿ ਪੋਲੀਟੀਕਲ ਔਰ ਬਿਊਰੋਕਰੈਟ ਨੇ ਹੌਲੀ-ਹੌਲੀ ਐਕਸਪਰਟਸ ਨੂੰ ਬਾਹਰ ਕੱਢ ਦਿੱਤਾ, ਤੇ ਜਿਹਦਾ ਨੁਕਸਾਨ ਇਹ ਹੁੰਦਾ ਵੀ ਉਹਦੇ ਜਿੰਨੇ ਨਤੀਜੇ ਬੈਟਰ ਨਿਕਲਣੇ ਚਾਹੀਦੇ ਉਨੇ ਨਿਕਲਦੇ ਨਹੀਂ ਹੈਗੇ। ਬਹੁਤ ਬਹੁਤ ਸ਼ੁਕਰੀਆ ਪ੍ਰਗਟ ਜੀ। ਮੇਰੀ ਪ੍ਰਗਟ ਸਾਹਿਬ ਨਾਲ ਤਾਂ ਗੱਲ ਮੁੱਕ ਗਈ ਹੈ, ਲੇਕਿਨ ਇਹਨਾਂ ਦੀ ਗੱਲ ਤੋਂ ਇੱਕ ਚੀਜ਼ ਮੈਨੂੰ ਸਮਝ ਆ ਗਈ ਹੈ ਕਿ ਪੰਜਾਬ ਦੇ ਚੀਫ ਮਿਨਿਸਟਰ ਨੂੰ ਆਪਣੀ ਪਾਰਟੀ 'ਚ ਆਪਣੇ ਐਮਐਲਏ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦੀ ਲੋੜ ਹੈ। ਇਸ ਇੰਟਰਵਿਊ ਤੇ ਫੀਡਬੈਕ ਮੇਰੇ ਟਵਿੱਟਰ ਹੈਂਡਲ ਤੇ ਦੇ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਪ੍ਰਗਟ ਜੀ। ਥੈਂਕ ਯੂ ਸਰ।